ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਵਾਹਿਗੁਰੂ ਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਜਿਨਾਦ ਸੰਦੜਿਆ ਦੁਰਮਤ ਵੰਜੇ ਮਿੱਤਰਿਆ ਸਾਡਣੇ ਸੇਈ ਹਉ ਟੁੰਡੇਂਦੀ ਜਗ ਸਬਾਇਆ ਜਨ ਜਨ ਨਾਨਕ ਬਿਰਲੇ ਕੇ ਜਿਨ ਜਪਿਆ ਤਿਸ ਕੋ ਬਲਿਹਾਰ। ਜਿਨ ਜਪਿਆ ਤਿਸ ਕੋ ਬਲਿਹਾਰ। ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਕਹੋ ਨਾਨਕ ਪ੍ਰਭ ਲੋਚਾ ਪੁਰ ਸੰਤ ਜਨਾ ਸੰਤ ਜਨਾ ਕੀ ਬਚੋ ਆਵੇ ਸਾਹਿਬ ਚਿਤ ਆਵੇ ਸਾਹਿਬ ਚਿਤ ਤੇਰੇ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਸਾਧ ਸੰਗ ਉਠਿਆ ਗੁਰ ਪਾਰਸ ਹਮ ਲੋ ਮਿਲ ਕੰਚਨ ਹੋ ਆਹਾਰਾ।
ਮਿਲ ਕੰਚਨ ਹੋਆ ਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਮਿਲ ਜਲ ਜਲ ਖਟਨ ਮਿਲ ਜਲ ਜਲ ਖਟਨ ਸੰਗ ਜੋਤੀ ਜੋਤ ਮਿਲਾ ਨਾਰਾਮ ਸਮਾਏ ਪੂਰਨ ਪੁਰਖ ਕਰਤੇ ਆਪ ਆਪੇ ਜਾਣੀ ਹੈ ਜਿਨਾ ਸਾਸ ਗਿਰਾਸ ਨਾ ਵਿਸਰੇ ਜਿਨਾ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਤਨ ਸੇ ਨਾਨਕ ਪੂਰਨ ਸੋਈ ਸੰਗ ਜਿਹਾ ਡਿਠੇ ਮੈਂ ਤੇਹ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਵਾਜ ਗਰੀਬ ਨਵਾਜ ਗਰੀਬ ਸਾਰੀਆਂ ਸੰਗਤਾਂ ਬਾਬਾ ਜੀ ਦੇ ਬਰਸੀ ਦੇ ਸਬੰਧ ਵਿੱਚ ਮੰਗਲ ਹੋ ਰਿਹਾ ਹੈ। ਇਹ ਮੰਗਲਾਚਰਨ ਨੇ ਸਾਰੀਆਂ ਸੰਗਤਾਂ ਹੀ ਹਾਜ਼ਰੀ ਲਵਾ ਲਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਬਾਬਾ ਜੀ ਭਾਜੀ ਸੁਣਾ ਰਹੇ ਸੀ, ਮੈਨੂੰ ਯਾਦ ਆ ਰਿਹਾ ਸੀ ਕਿ ਬਾਬਾ ਜੀ ਜਵਾਨ ਲਫ਼ਜ਼ ਬਹੁਤ ਕਹਿੰਦੇ ਸੀ। ਜਵਾਨ ਇਸ ਤਰ੍ਹਾਂ ਕਰਨਾ ਸੀ। ਮੈਂ ਕਿਹਾ ਵੀ ਅਸੀਂ 60 ਸਾਲ ਦੇ ਹੋ ਗਏ, ਬੁੱਢੇ ਕਿਉਂ ਨਹੀਂ ਹੋਏ? ਇਸ ਕਰਕੇ ਨਹੀਂ ਹੋਏ ਕਿ ਬਾਬਾ ਕੁੰਦਨ ਸਿੰਘ ਜੀ ਸਾਨੂੰ ਜਵਾਨ ਜਵਾਨ ਕਹਿੰਦੇ ਰਹੇ। ਉਹ ਸਾਰਿਆਂ ਨੂੰ ਜਵਾਨ ਕਹਿ ਕੇ ਪਤਾ ਨਹੀਂ ਕਿੰਨੀ ਵਾਰੀ ਦਾਸ ਨੂੰ ਕਿਹਾ ਹੋਊਗਾ, ਸਭ ਨੂੰ। ਪਹਿਲੇ ਪਹਿਲ ਬਾਬਾ ਜੀ ਬਹੁਤ ਜ਼ਿਆਦਾ ਇਹ ਲਫ਼ਜ਼ ਵਰਤਿਆ ਕਰਦੇ ਸੀ।
ਸਾਰੇ ਜਿੰਨੇ ਵਿਹੰਗਮ ਨੇ, ਜਿਵੇਂ ਪੁੱਛੋ ਦੇ ਵਿੱਚ ਆਵਾਜ਼ ਦਿੱਤੀ ਜਾਂਦੀ ਹੈ ਗੱਦੀ ਸਾਹਿਬ ਤੇ ਜਾਈਏ ਤੇ ਧੰਨ ਗੁਰੂ ਨਾਨਕ ਦੀ। ਬਾਬਾ ਨੰਦ ਸਿੰਘ ਜੀ ਮਹਾਰਾਜ ਤੋਂ ਲੈ ਕੇ ਇੱਥੇ ਨਾਨਕਸਰ ਦੀ ਆਵਾਜ਼ ਹੈ ਸਤਨਾਮ ਜੀ। ਇੱਕ ਵਾਰੀ ਕੀਰਤਨੀਆਂ ਨੂੰ ਥੋੜਾ ਜਿਹਾ ਮਾਣ ਹੋ ਗਿਆ ਤੇ ਬਾਬਾ ਜੀ ਨੇ ਪਹਿਲਾਂ ਹੀ ਇਸ਼ਾਰਾ ਕਰਤਾ ਵੀ ਸਾਨੂੰ ਕੀਰਤਨ ਦੀ ਲੋੜ ਹੀ ਨਹੀਂ, ਇਹ ਤਾਂ ਸਾਡੇ ਵਾਸਤੇ ਬੋਝ ਬਣੇ ਹੋਏ। ਗੁਰੂ ਨਾਨਕ ਸਾਹਿਬ ਨੇ ਕੀਰਤਨ ਕਰਾਉਣਾ ਹੋਏਗਾ ਤੇ ਆਪੇ ਜਿਹਨੂੰ ਮਰਜ਼ੀ ਬੁਲਾ ਲੈਣਾ। ਪਹਿਰੇਦਾਰ ਨੂੰ ਕਿਹਾ ਵੀ ਅੰਦਰ ਨਹੀਂ ਆਉਣ ਦਿਓ। ਮਨ ਵਿੱਚ ਕਈ ਵਾਰੀ ਇਤਰਾਜ਼ ਜਿਹੜਾ ਆ ਜਾਂਦੇ ਆ ਕਿ ਬਾਬਾ ਜੀ ਸੌਣ ਵੀ ਨਹੀਂ ਦਿੰਦੇ, ਨੀਂਦਰ ਨਹੀਂ ਪੂਰੀ ਲੈਣ ਦਿੰਦੇ, ਖਾਣ ਪੀਣ ਨੂੰ ਰੋਟੀ ਨਹੀਂ ਚੰਗੀ ਮਿਲਦੀ, ਪਹਿਨਣ ਨੂੰ ਕੱਪੜਾ ਨਹੀਂ ਵਧੀਆ ਮਿਲਦਾ, ਡਿਊਟੀ ਬਹੁਤ ਲੈਂਦੇ ਆ। ਇੱਕ ਵਾਰੀ ਕਹਿੰਦੇ ਬਾਬਾ ਕੇਰ ਸਿੰਘ ਜੀ ਨੂੰ ਕਿਸੇ ਨੇ ਕਿਹਾ ਜੀ 2.5 ਘੰਟੇ ਤੁਸੀਂ ਕੀਰਤਨ ਸਵੇਰੇ ਕਰਦੇ ਜੀ, 1.5 ਘੰਟਾ ਸ਼ਾਮ ਨੂੰ ਕਰਦੇ ਜੀ, ਪੂਰਾ ਮੇਨ ਹੈਡਰ ਆ ਗਈ ਤੁਸੀਂ ਜੀ। ਉਹ ਵੀ ਕੀਰਤਨੀਆਂ ਸੀ ਤੇ ਫਿਰ ਸਾਰਾ ਦਿਨ ਸਿਖਾਉਂਦੇ ਜੀ ਉਸਤਾਦ ਵੀ ਜੀ। ਤੁਹਾਡੀ ਕਿੰਨੀ ਕੁ ਤਨਖਾਹ ਹੈ? ਕਹਿੰਦੇ ਵੀ ਤਨਖਾਹ ਤਾਂ ਸਾਡੀ ਬਹੁਤ ਹੈ, ਤਨਖਾਹ ਬਹੁਤ ਹੈ। ਕਹਿੰਦੇ ਕਿੰਨੀ ਕੁ? ਕਹਿੰਦੇ ਰੋਜ਼ ਦੀ ਰੋਜ਼ ਮਿਲ ਜਾਂਦੀ, ਰੋਜ਼ ਦੀ ਰੋਜ਼ ਮਿਲ ਜਾਂਦੀ ਸਾਨੂੰ ਤਨਖਾਹ, ਨਕਦੋਂ ਨਕਦ ਤਨਖਾਹ ਸਾਡੀ ਬਹੁਤ ਹੈ। ਕਹਿੰਦੇ ਤੁਹਾਨੂੰ ਅੱਜ ਵੀ ਬਾਬਾ ਜੀ ਦੇਣਗੇ ਤਨਖਾਹ? ਹਾਂ ਦੇਣਗੇ, ਤੁਸੀਂ ਆ ਜਿਓ। ਉਹ ਕੀਰਤਨੀਆ ਵੀ ਆ ਗਿਆ ਤੇ ਬਾਬਾ ਕੇਰ ਸਿੰਘ ਜੀ ਬਾਬਾ ਜੀ ਕੋ ਮੱਥਾ ਟੇਕਣ ਗਏ। ਕਹਿੰਦੇ ਤੂੰ ਕੀਰਤਨ ਕੀਤਾ ਹੈ? ਸਾਰਾ ਬੇਰਸ, ਸਾਡਾ ਮਨ ਹੀ ਨਹੀਂ ਜੁੜਿਆ। ਕੀ ਤੂੰ ਪ੍ਰਮਾਣ ਲਾ ਰਿਹਾ ਸੀ, ਕੀ ਤੂੰ ਕਰ? ਬਹੁਤ ਬਾਬਾ ਜੀ ਨੇ ਝਿੜਕਿਆ, ਪਾਣੀ ਪਾਣੀ ਕਰ। ਤੇ ਉਹ ਗੁਰਮੁਖ ਪਿਆਰਾ ਰਾਗੀ ਸਿੰਘ ਆਣ ਕੇ ਬਾਹਰ ਕਹਿਣ ਲੱਗਾ ਜੀ ਬਾਬਾ ਜੀ ਤੁਸੀਂ ਕਹਿੰਦੇ ਬਾਬਾ ਜੀ ਤਨਖਾਹ ਬਹੁਤ ਦਿੰਦੇ ਆ, ਤੇ ਬਾਬਾ ਜੀ ਨੇ ਤੁਹਾਨੂੰ ਤਨਖਾਹ ਤਾਂ ਦਿੱਤੀ ਨਹੀਂ, ਸਗੋਂ ਝਿੜਕਿਆ ਬਹੁਤ। ਕਹਿੰਦੇ ਭਾਈ ਸਾਡੀ ਇਹੋ ਹੀ ਤਨਖਾਹ ਹੈ, ਸਾਡੀ ਇਹੋ ਹੀ ਤਨਖਾਹ ਹੈ। ਸਿੱਖ ਕੜਾ ਕਮਿਆਰ ਗੁਰੂ ਮਾਰ ਮਾਰ ਕੱਢੀ ਖੋਟ, ਨਾਲੇ ਸਤਿਗੁਰੂ ਹੱਥ ਦੇ ਤੇ ਨਾਲੇ ਮਾਰੇ ਚੋਟ। ਹੱਥ ਵੀ ਰੱਖਦੇ ਆ, ਚੋਟ ਵੀ ਮਾਰਦੇ ਆ। ਬਾਬਾ ਜੀ ਦੀ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਉਹ ਮਹਾਂਪੁਰਖ ਸੀ ਜਿਹੜੇ ਤੁਰੋਂ ਦਰਗਾਹੋਂ ਬਖਸ਼ੇ। ਇਹ ਪ੍ਰੀਖਿਆ ਹੁੰਦੀ ਹੈ। ਬਾਬਾ ਨੰਦ ਸਿੰਘ ਜੀ ਤੋਂ ਬਾਅਦ ਪ੍ਰੀਖਿਆ ਹੋਈ ਕਿ ਕਿਹੜਾ ਬਾਬਾ ਈਸ਼ਰ ਸਿੰਘ ਜੀ ਨਾਲ ਖੜਦਾ। ਉਸ ਸਮੇਂ ਸਤਿਕਾਰਯੋਗ ਮਾਣਯੋਗ ਬਹੁਤ ਮਹਾਂਪੁਰਖ ਸੀ। ਸੰਤ ਸੁਜਾਨ ਸਿੰਘ ਜੀ, ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਸੀ, ਬਾਬਾ ਸ਼ੇਰ ਜੀ, ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਸਾਰੇ ਬਾਬਾ ਜੀ ਤੋਂ ਬਾਅਦ ਬਾਬਾ ਹਜੂਰਾ ਸਿੰਘ ਜੀ, ਬਾਬਾ ਡਰੋਲੀ ਜੀ, ਸਾਰੇ ਸਤਿਕਾਰਯੋਗ ਸਨ ਜਿੰਨੇ ਵੀ ਬਾਬਾ ਜੀ ਦੇ ਕੋਲ ਸੇਵਾ ਕਰਦੇ ਸੀ ਬਾਬਾ ਨੰਦ ਸਿੰਘ ਜੀ ਕੋਲ। ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਕਿਸੇ ਨੂੰ ਕੋਈ ਗੱਦੀ ਨਹੀਂ ਦੇ ਕੇ ਗਏ, ਕਿਸੇ ਨੂੰ ਦਸਤਾਰ ਨਹੀਂ ਸਜਾ ਕੇ ਗਏ।
ਕਿਸੇ ਦਾ ਕੋਈ ਬਚਨ ਨਹੀਂ ਐਸਾ ਵੈਸਾ ਸੰਗਤ ਨੂੰ ਕੀਤਾ ਵੀ ਸਾਡੇ ਤੋਂ ਬਾਅਦ ਇਹ ਹੋਏਗਾ। ਤੇ ਉਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਵੱਲ ਇਸ਼ਾਰੇ ਕਰਦੇ ਸੀ। ਸੰਗੀਆਂ ਨੂੰ ਕਈ ਥਾਵਾਂ ਤੇ ਇਸ਼ਾਰੇ ਕੀਤੇ ਸਨ। ਕਵੀ ਜੀ ਨੂੰ, ਬਾਬਾ ਹਜੂਰਾ ਸਿੰਘ ਜੀ ਨੂੰ, ਸੰਤ ਸਜਾਨ ਸਿੰਘ ਜੀ ਨੂੰ ਵੀ ਸਭ ਨੂੰ ਇਸ਼ਾਰੇ ਕੀਤੇ ਸੀ ਸੇਵਾ ਦੀ ਵਡਿਆਈ ਕਰਕੇ। ਬਾਬਾ ਜੀ ਨਾਲ ਫਿਰ ਜਦੋਂ ਇੱਥੋਂ ਨਾਨਕਸਰੋਂ ਜਾਣ ਲੱਗੇ ਨਾ, ਬਾਬਾ ਈਸ਼ਰ ਸਿੰਘ ਜੀ ਇੱਥੇ ਦੁਬਿਧਾ ਪੈ ਗਈ। ਬਾਬਾ ਜੀ ਨਾਲ ਥੋੜੀ ਜਿਹੀ ਲਾਗ ਡਾਟ ਜ਼ਿਆਦੀ ਵੱਧ ਗਈ। ਬਾਬਾ ਜੀ ਨੇ, ਬਾਬਾ ਨੰਦ ਸਿੰਘ ਜੀ ਨੇ ਕਿਹਾ ਸੀ ਜੇ ਕੋਈ ਸਮਾਂ ਐਸਾ ਆਵੇ ਦੁਬਿਧਾ ਵਿੱਚ ਆਪਣਾ ਜੀਵਨ ਨਹੀਂ ਖਰਾਬ ਕਰ ਦੇਣਾ, ਛੱਡ ਦੇਣਾ, ਤੂੰ ਜਿੱਥੇ ਵੀ ਹੋਏਗਾ ਅਸੀਂ ਤੇਰੇ ਨਾਲ ਹੋਵਾਂਗੇ। ਆਖੋ ਸੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਚਲੇ ਗਏ ਪਹਾੜਾਂ 'ਚ, ਜਿੱਥੇ ਬਾਬਾ ਨੰਦ ਸਿੰਘ ਜੀ ਬਹੁਤ ਖਿੱਚ ਨਾਲ ਜਾਇਆ ਕਰਦੇ ਸੀ। ਗਰਮੀਆਂ ਦੇ 2 4 5 6 ਮਹੀਨੇ ਉੱਥੇ ਲਾਉਂਦੇ ਸੀ। ਖਿੱਚ ਨਾਲ ਜਾਣਾ, ਸੰਗੀਆਂ ਨੂੰ ਵੀ ਕਹਿਣਾ, ਰਾਗੀਆਂ ਸਿੰਘਾਂ ਨੂੰ ਵੀ ਕਹਿਣਾ ਵੀ ਤੁਸੀਂ ਚੱਲੋ ਸਾਡੇ ਨਾਲ। ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉੱਥੇ ਪੌਂਦੇ ਵਾਲੀ ਪਹਾੜੀ ਤੇ ਚਲੇ ਗਏ ਤੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨਾਲ ਸੀ। ਉਸ ਸਮੇਂ ਫਿਰ ਜਿੰਨਾ ਸਮਾਂ ਗੁਜ਼ਰਿਆ ਬਾਬਾ ਜੀ ਆਪਣੇ ਮੁਖਾਰਬਿੰਦ ਤੋਂ ਸੁਣਾਇਆ ਕਰਦੇ ਸੀ ਕਿ 2-4 ਹੀ ਵਿਹੰਗਮ ਸਨ ਬਾਬਾ ਜੀ ਦੇ ਕੋਲ। ਤੇ ਬਾਬਾ ਕੇਰ ਸਿੰਘ ਜੀ ਨੂੰ ਕਿਹਾ ਸੀ ਵੀ ਤੂੰ ਨਹੀਂ ਲੰਗਰ ਪਕਾਉਣਾ ਤੇ ਲੱਕੜਾਂ ਚੁੱਕ ਕੇ ਬਾਜ਼ਾਰ 'ਚ ਵੇਚ ਕੇ। ਬਾਬਾ ਜੀ ਕਹਿੰਦੇ ਸਾਨੂੰ ਲੰਡੇ ਜੇ ਚੋਲੇ ਪਵਾ ਕੇ ਨਾ, ਬਾਬਾ ਜੀ ਨੇ ਕਹਿਣਾ ਬਾਜ਼ਾਰ 'ਚ ਤੁਹਾਨੂੰ ਕੋਈ ਸੰਗੀ ਪਹਿਚਾਣ ਨਾ ਕਰ ਲਵੇ ਕਿ ਇੱਥੇ ਬਾਬਾ ਜੀ ਦੇ ਵਿਹੰਗਮ ਆਏ ਦੇ ਰਹਿੰਦੇ ਨੇ। ਤੁਸੀਂ ਲੱਕੜਾਂ ਵੇਚ ਕੇ ਤੇ ਮਾਇਆ ਨਹੀਂ ਲੈਣੀ, ਉਸ ਸ਼ਾਹੂਕਾਰ ਦੇ ਕੋਲ ਸਿੱਧਾ ਲੈ ਲੈਣਾ। ਜਿਹੜੇ ਦੁਕਾਨਾਂ ਵਾਲੇ ਸ਼ਾਹੂਕਾਰ ਸੀ ਉਹ ਸਾਰਾ ਕੁਝ ਰੱਖਦੇ ਸੀ ਨਾ, ਤੇ ਲੱਕੜਾਂ ਉਸ ਸਮੇਂ ਚੁੱਲ੍ਹੇ ਹੀ ਚੱਲਦੇ ਸੀ, ਹੋਰ ਅੱਜ ਵਾਲਾ ਸਿਸਟਮ ਤਾਂ ਹੈ ਨਹੀਂ ਸੀ। ਲੱਕੜਾਂ ਚੱਕਣੀਆਂ ਵਿਹੰਗਮਾਂ ਨੇ ਪਹਿਲੋਂ ਜੰਗਲ 'ਚੋਂ ਇਕੱਠੀਆਂ ਕਰਨੀਆਂ, ਜਿਹੜੇ 2-3 ਹੈਗੇ ਸੀ, ਪੰਡਾਂ ਸਿਰ ਤੇ ਰੱਖਣੀਆਂ, ਉੱਥੇ ਬਾਜ਼ਾਰ ਵਿੱਚ ਸਿੱਟ ਕੇ ਤੇ ਸਿੱਧਾ ਲੈ ਕੇ ਆਉਣਾ। ਤੇ ਉਹਦਾ ਫਿਰ ਬਾਬਾ ਜੀ ਵੀ ਕਹਿੰਦੇ, ਬਾਬਾ ਜੀ ਵੀ ਸਾਡੇ ਨਾਲ ਕਈ ਵਾਰੀ ਪ੍ਰਸ਼ਾਦਾ ਬਣਾਉਣ ਲੱਗਦੇ ਹੁੰਦੇ ਸੀ। ਗੁਰੂ ਸਾਹਿਬ ਦਾ ਥਾਲ ਤਿਆਰ ਹੋਣਾ, ਵਿਹੰਗਮਾਂ ਦਾ ਲੰਗਰ ਤਿਆਰ ਹੋਣਾ, ਜਿਹੜੇ 5-7 ਸੀ। ਤੇ ਬਾਬਾ ਕੇਰ ਸਿੰਘ ਜੀ ਨੂੰ ਨਹੀਂ ਲਾਉਂਦੇ ਸੀ ਲੰਗਰ ਬਣਾਉਣ ਵਾਸਤੇ, ਬਾਬਾ ਜੀ ਜ਼ਿਆਦਾਤਰ ਤਿਆਰ ਕਰਦੇ ਸੀ। ਤੇ ਥੱਲੇ ਚਸ਼ਮਾ ਵਗਦਾ ਸੀ, ਚਸ਼ਮਾ। ਬਾਬਾ ਜੀ ਦੀ ਕੈਨੀ ਵਾਲੀ ਫੋਟੋ ਕਿਸੇ ਨੇ ਦੇਖੀ ਹੋਣੀ। ਤੇ ਉਸ ਚਸ਼ਮੇ ਤੋਂ ਬਾਬਾ ਜੀ ਫਿਰ ਪਾਣੀ ਢੋਂਦੇ ਹੁੰਦੇ ਸੀ ਬਾਬਾ ਜੀ ਦੇ ਇਸ਼ਨਾਨ ਵਾਸਤੇ। ਸਾਰਾ ਲੰਗਰ ਵਿੱਚ ਜਿੰਨਾ ਪਾਣੀ ਵਰਤਣਾ, ਇਹ ਗੁਰੂ ਘਰ ਦੀਆਂ ਸੇਵਾ ਮਹਾਨ ਗਿਣੀਆਂ ਗਈਆਂ। ਬਾਲਣ ਭਾਈ ਮੰਝ ਜੀ ਨੇ ਸੇਵਾ ਕੀਤੀ ਸੀ, ਪਾਣੀ ਢੋਣ ਦੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੇਵਾ ਕੀਤੀ ਸੀ। ਪਾਣੀ ਸਾਰਾ ਬਾਬਾ ਜੀ ਚਸ਼ਮੇ ਤੋਂ ਉੱਪਰ ਲੈ ਕੇ ਜਾਂਦੇ ਸੀ ਪਹਾੜੀ ਤੇ, ਲੰਗਰ ਵਾਸਤੇ, ਇਸ਼ਨਾਨ ਵਾਸਤੇ। ਕਿੱਡੀ ਵੱਡੀ ਕਮਾਈ ਕਰ ਰਹੇ ਨੇ ਆਪਣੇ ਮੁਰਸ਼ਿਦ ਮਹਾਂਪੁਰਖਾਂ ਦੇ ਨਾਲ। ਸਮਾਂ ਪਲਟਿਆ ਪਰ ਫਟ ਪਹਿਚਾਣ ਕਰ ਲਈ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਇਸ ਹਿਰਦੇ 'ਚ ਬੈਠ ਗਏ। 1.5-2 ਸਾਲ ਦਾ ਸਮਾਂ ਬਾਬਾ ਜੀ ਨੇ ਦੇਹਰਾਦੂਨ ਵਿੱਚ ਬਿਤਾਇਆ ਉੱਥੇ। ਸੰਗੀਆਂ ਨੂੰ ਫਿਰ ਪਤਾ ਲੱਗ ਗਿਆ, ਫਿਰ ਹੋਰ ਇਸ ਤਰ੍ਹਾਂ ਰਹਿਸ਼ ਹੋ ਗਈ। ਬਾਬਾ ਜੀ ਫਿਰ ਉੱਥੋਂ
ਇੱਥੇ ਝੋੜਾਂ ਦੇ ਵਿੱਚ ਆ ਗਏ ਬਰਸੀ ਤੇ ਜਦੋਂ ਆਉਂਦੇ ਸੀ ਇੱਥੇ ਸਾਡੇ ਕੋਲ ਫੋਟੋ ਪਈ ਹੋਈ ਹੈ ਤਲਵਾਰਾਂ ਦੇ ਤੇ ਬੰਦੂਕਾਂ ਦਾ ਪਹਿਰਾ ਲੱਗ ਜਾਂਦਾ ਸੀ ਕਿਤੇ ਈਸ਼ਰ ਇੱਥੇ ਕਬਜ਼ਾ ਨਾ ਕਰੇ ਤੇ ਬਾਬਾ ਜੀ ਦਰਸ਼ਨ ਕਰਕੇ ਮੱਥਾ ਟੇਕ ਕੇ ਮੁੜ ਜਾਂਦੇ ਸੀ ਬਰਸੀ ਤੇ ਵੀ ਕਈ ਵਾਰੀ ਆਉਣਾ ਫਿਰ ਬਾਬਾ ਜੀ ਝੋੜਾਂ ਦੇ ਵਿੱਚ ਰਹੇ ਝੋੜਾਂ 'ਚ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਕੋਲ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਫਿਰ ਜਿੰਨਾ ਚਿਰ 4-5 ਸਾਲ ਉੱਥੇ ਰਹੇ ਆ ਉਹਨਾਂ ਚਿਰ 5-5.5 ਸਾਲ ਉਹਨਾਂ ਚਿਰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਸਾਰੀ ਹਜ਼ੂਰੀ ਸੇਵਾ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਦੀ ਸੇਵਾ ਕਰਦੇ ਰਹੇ ਬਾਬਾ ਜੀ ਭਜਨ ਸੁਣਾਇਆ ਕਰਦੇ ਸੀ ਆਪਦੇ ਉੱਥੇ ਬੂਟਾ ਸਿੰਘ ਪਰਿਵਾਰ ਬਾਬਾ ਜੀ ਕੋਲ ਆਉਂਦਾ ਸੀ ਮਾਤਾ ਜੀ ਅਚਰਵਾਲ ਤੁਸੀਂ ਪਤਾ ਨਹੀਂ ਫਿਰ ਰਹੀਆਂ ਤੋਂ ਅਚਰਾਲ ਤੋਂ ਬਾਬਾ ਜੀ ਕਹਿੰਦੇ ਵੀ ਮੈਂ ਬਾਬਾ ਜੀ ਨੂੰ ਪ੍ਰਸ਼ਾਦਾ ਛਕਾ ਕੇ ਬਾਬਾ ਜੀ ਫਿਰ ਨਿਤਨੇਮ 'ਚ ਚਲੇ ਜਾਂਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਘੰਟਾ 1.5 ਘੰਟਾ 2 ਘੰਟਾ ਜਿੰਨਾ ਸਮਾਂ ਲਾਉਂਦੇ ਸੀ ਘੰਟਾ ਕੁ ਸਮਾਂ ਲਾਉਂਦੇ ਸੀ ਨਿਤਨੇਮ ਤੇ ਜਾਂ ਜਿੰਨਾ ਵੀ ਸਮਾਂ ਕਹਿੰਦੇ ਲਾਉਂਦੇ ਸੀ ਤਾਂ ਮੈਂ ਕਹਿੰਦੇ ਇੱਥੋਂ ਦੌੜ ਕੇ ਜਾਂਦਾ ਹੁੰਦਾ ਸੀ ਮਾਈ ਕੋਲ ਸੇਵੀਆਂ ਖਾ ਕੇ ਆਉਂਦਾ ਹੁੰਦਾ ਸੀ ਬਾਬਾ ਜੀ ਨੇ ਅੱਛੇ ਨਾਲ ਉਸ ਮਾਤਾ ਦਾ ਨਾਂ ਲਿਆ ਵੀ ਇਹ ਸੇਵੀਆਂ ਬਣਾਉਂਦੀ ਸੀ ਤੇ ਮੈਂ ਇੱਥੋਂ ਬਾਬਾ ਜੀ ਦੀ ਸਾਰੀ ਸੇਵਾ ਕਰਕੇ ਤੇ ਸੇਵੀਆਂ ਖਾ ਕੇ ਫਿਰ ਵਾਪਸ ਆ ਜਾਂਦਾ ਸੀ ਬਾਬਾ ਜੀ ਝੋੜਾਂ ਦੇ ਵਿੱਚ ਨੇ ਤੇ ਸੇਵਾਦਾਰਾ ਜਿਹੜੇ ਬਿਹੰਗਮ ਨੇ ਉਹਨਾਂ ਦੇ ਝੋਲੇ ਜਿਹੜੇ ਮਸਤਾਨੇ ਨੇ ਇੱਕ ਸੰਗੀ ਬਦੋਵਾਲ ਤੋਂ ਨੱਥਾ ਸਿੰਘ ਦਰਸ਼ਨ ਕਰਨ ਆਇਆ ਆਣ ਕੇ ਦੇਖਿਆ ਵੀ ਬਾਬਾ ਜੀ ਦੇ ਵੀ ਬਸਤਰ ਇੰਨੇ ਵਧੀਆ ਨਹੀਂ ਕਿਉਂਕਿ ਬਹੁਤ ਉਸ ਸਮੇਂ ਜਿਹੜਾ ਪਹਿਰਾ ਸੀ ਉਹ ਬੰਦਗੀ ਵਾਲਾ ਸੀ ਤੇ ਤਿਆਗ ਵਾਲਾ ਸੀ ਵਿਰਾਗ ਵਾਲਾ ਸੀ ਹਰ ਸਮੇਂ ਮੁਜ਼ੱਫਰਨਗਰ ਵਾਲੇ ਕਹਿੰਦੇ ਵੀ ਅਸੀਂ ਉੱਥੇ ਜੁੜੇ ਸੀ ਬਾਬਾ ਜੀ ਦੇ ਕੋਲ ਨਾ ਅਸੀਂ ਦੇਹਰਾਦੂਨ ਜਦੋਂ ਬਾਬਾ ਜੀ ਪਹਾੜੀ ਤੇ ਰਹਿੰਦੇ ਸੀ ਸਾਨੂੰ ਪਤਾ ਲੱਗ ਗਿਆ ਅਸੀਂ ਦੇਹਰਾਦੂਨ ਸੀ ਕਹਿੰਦੇ ਜਿੰਨੀ ਵਾਰੀ ਅਸੀਂ ਬਾਬਾ ਜੀ ਦੇ ਦਰਸ਼ਨ ਕਰਨ ਗਏ ਆ ਨਾ ਤੇ ਬਾਬਾ ਈਸ਼ਰ ਸਿੰਘ ਜੀ ਦੇ ਅੱਖਾਂ 'ਚੋਂ ਜਲ ਵਗਦਾ ਹੁੰਦਾ ਸੀ ਬਾਬਾ ਨੰਦ ਸਿੰਘ ਜੀ ਦੇ ਵਿਛੋੜੇ ਬਾਬਾ ਜੀ ਵੀ ਸੁਣਾਉਂਦੇ ਸੀ ਕਿ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬੜੀ ਉੱਚੀ ਸੁਰ 'ਚ ਧਾਰਨਾ ਲਾਉਂਦੇ ਹੁੰਦੇ ਸੀ ਦੋਏ ਨੈਣ ਲੋਚਦੇ ਮੇਰੇ ਬਾਬਾ ਜੀ ਤੇਰੇ ਦੀਦਾਰਿਆਂ ਨੂੰ ਇਸ ਤਰ੍ਹਾਂ ਕਰਕੇ ਦੋਏ ਨੈਣ ਲੋਚਦੇ ਮੇਰੇ ਬਾਬਾ ਜੀ ਤੇਰੇ ਦਰਸ਼ਨ ਨੂੰ ਦੋਏ ਨੈਣ ਲੋਚਦੇ ਮੇਰੇ ਬਾਬਾ ਜੀ ਤੇਰੇ ਦਰਸ਼ਨ ਨੂੰ ਦੋਏ ਨੈਣ ਲੋਚਦੇ ਮੇਰੇ ਬਾਬਾ ਜੀ ਤੇਰੇ ਦਰਸ਼ਨ ਨੂੰ ਦੋਏ ਨੈਣ ਲੋਚਦੇ ਮੇਰੇ ਬਾਬਾ ਜੀ ਤੇਰੇ ਦਰਸ਼ਨ ਨੂੰ ਦੋਏ ਨੈਣ ਲੋਚਦੇ ਮੇਰੇ ਬਾਬਾ ਜੀ ਤੇਰੇ ਦਰਸ਼ਨ ਨੂੰ ਦੋਏ ਨੈਣ ਲੋਚਦੇ ਮੇਰੇ ਬਾਬਾ ਜੀ ਤੇਰੇ ਦਰਸ਼ਨ ਨੂੰ ਦੋਏ ਨੈਣ ਲੋਚਦੇ ਮੇਰੇ ਬਾਬਾ ਜੀ ਤੇਰੇ ਦਰਸ਼ਨ ਨੂੰ ਦੋਏ ਨੈਣ ਲੋਚਦੇ ਮੇਰੇ ਬਾਬਾ ਜੀ ਦਰਸ਼ਨ ਨੂੰ ਬਾਬਾ ਜੀ ਤੇਰੇ 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 ਦਰਸ਼ਨ ਨੂੰ ਦੋਏ ਨੈਣ ਲੋਚਦੇ ਮੇਰੇ ਬਾਬਾ ਜੀ ਤੇਰੇ ਦਰਸ਼ਨ ਨੂੰ ਦੋਏ ਨੈਣ ਲੋਚਦੇ ਮੇਰੇ ਬਾਬਾ ਜੀ ਤੇਰੇ ਦਰਸ਼ਨ ਨੂੰ ਦੋਏ ਨੈਣ ਲੋਚਦੇ ਮੇਰੇ ਬਾਬਾ ਜੀ ਤੇਰੇ ਦਰਸ਼ਨ ਨੂੰ ਨੈਣ ਲੋਚਦੇ ਮੇਰੇ ਬਾਬਾ ਜੀ ਤੇਰੇ ਦਰਸ਼ਨ ਨੂੰ ਬਾਬਾ ਜੀ ਔਰ ਦਰਸ਼ਨ ਕਰਨ ਵਾਸਤੇ ਆਇਆ ਝੋਲੇ ਸਾਰਿਆਂ ਦੇ ਮਸਤਾਨੇ ਦੇਖੇ
ਨੱਥਾ ਸਿੰਘ ਨੇ ਬਚਨ ਮੈਨੂੰ ਆਪ ਸੁਣਾਇਆ। ਲੁਧਿਆਣੇ ਦੇ ਨਹੀਂ ਸੀ, ਹੈ ਬੱਦੋਵਾਲ ਦੇ ਸੀ। ਕਹਿੰਦੇ ਵੀ ਮੈਂ ਫਿਰ ਕੱਪੜਾ ਉਸ ਮੌਕੇ ਬੜਾ ਔਖਾ ਮਿਲਦਾ ਸੀ। ਅੱਜ ਕੱਲ੍ਹ ਤਾਂ ਭੰਡਾਰ ਖੁੱਲੇ ਹੋਏ ਆ। ਕਹਿੰਦੇ ਕਾਰਡ ਤੇ ਕੱਪੜਾ ਮਿਲਦਾ ਸੀ। ਕਾਰਡ ਮੈਂ 3-4 ਕਾਰਡ ਇਕੱਠੇ ਕੀਤੇ, ਥੋੜਾ ਥੋੜਾ ਕੱਪੜਾ ਮਿਲਦਾ ਸੀ। ਸੀਮੈਂਟ ਜਿਵੇਂ ਮਿਲਦਾ ਹੁੰਦਾ ਸੀ ਪਰਮਿਟ ਤੇ, ਪਿੱਛੇ ਜੇ ਬਹੁਤ ਮੁਸ਼ਕਲਾਂ ਸੀ ਤੇ ਕੱਪੜਾ ਕਾਰਡ ਤੇ ਮਿਲਦਾ ਸੀ। ਕਾਰਡ ਬਣੇ ਹੋਏ ਸੀ। ਕਹਿੰਦੇ 5-7 ਕਾਰਡ ਇਕੱਠੇ ਕਰਕੇ ਦਾ ਮੈਂ 2-4 ਥਾਨ ਕੱਪੜੇ ਦੇ ਲਏ ਤੇ ਵੰਡ ਕੇ ਕਹਿੰਦੇ ਮੈਂ ਆ ਗਿਆ ਝੋੜਾਂ ਤੋਂ, ਬਸੀਆਂ ਤੋਂ ਰਸਤਾ ਇੱਥੇ ਆਉਂਦਾ ਸੀ, ਕੋਈ ਟੈਂਪੂ ਟਾਂਗਾ ਆਉਂਦਾ ਸੀ, ਉਹਦੇ ਰਾਹੀਂ ਝੋੜਾਂ ਪਹੁੰਚ ਗਿਆ। ਤੇ ਬਾਬਾ ਜੀ ਕਹਿੰਦੇ, ਬਾਬਾ ਕੁੰਦਨ ਸਿੰਘ ਜੀ ਆਏ ਮੇਰੇ ਕੋਲ ਤੇ ਮੈਂ ਕਿਹਾ ਵੀ ਬਾਬਾ ਜੀ ਨੂੰ ਬੇਨਤੀ ਕਰੋ ਵੀ ਇੱਕ ਸੰਗੀ ਲੁਧਿਆਣੇ ਤੋਂ ਥਾਨ ਕੱਪੜਿਆਂ ਦਾ ਲੈ ਕੇ ਆਇਆ। ਥਾਨ ਲੈ ਕੇ ਆਇਆ। ਉਸ ਸਮੇਂ ਕੋਈ ਖੰਡ ਦੀ ਬੋਰੀ ਲਿਆਉਂਦਾ ਸੀ ਤੇ ਬੜਾ ਹੁੰਦਾ ਸੀ ਵੀ ਆ ਸੰਗੀ ਖੰਡ ਦੀ ਬੋਰੀ ਲਿਆਇਆ, ਥਾਨ ਲਿਆਇਆ, ਪੇਟੀ ਫਲਾਂ ਦੀ ਲਿਆਇਆ। ਹੁਣ ਪਦਾਰਥੀ ਜੋਗੇ ਬਾਬਾ ਜੀ ਕੋਲ ਬੇਨਤੀ ਕੀਤੀ, ਬਾਬਾ ਜੀ ਨੇ ਖਿਆਲ ਹੀ ਨਾ ਦਿੱਤਾ। ਫਿਰ ਬੇਨਤੀ ਭੇਜੀ, ਇਹ ਥਾਨ ਲੈ ਕੇ ਬਾਹਰ ਖੜਾ ਹੋਇਆ। ਬਾਬਾ ਜੀ ਨੇ ਫਿਰ ਨਹੀਂ ਬੁਲਾਇਆ। ਕਹਿੰਦੇ ਸ਼ਾਮਾਂ ਪੈ ਗਈਆਂ। ਕਹਿੰਦੇ ਜਦੋਂ ਫਿਰ ਮੈਂ ਬੇਨਤੀ ਭੇਜੀ, ਬਾਬਾ ਜੀ ਕਹਿੰਦੇ ਉਹਨੂੰ ਕਹਿ ਵੀ ਅੱਗ ਲਾ ਦੇ, ਸਾਨੂੰ ਨਹੀਂ। ਕਹਿੰਦੇ ਤਾਂ ਪੁੱਛ ਕੇ ਲਿਆ। ਇਹ ਥਾਨ ਉਹ ਸੰਗੀ ਜਿਹੜਾ ਲੁਧਿਆਣੇ ਤੋਂ ਆਇਆ, ਕਿੰਦੇ ਤੋਂ ਪੁੱਛ ਕੇ ਲੈ ਕੇ ਆਇਆ। ਉਹਨੂੰ ਕਹਿ ਵੀ ਅੱਗ ਲਾ ਦੇ। ਕਹਿੰਦੇ ਜਦੋਂ ਮੈਨੂੰ ਆਣ ਕੇ ਕਹਿਣ ਵੀ ਅੱਗ ਲਾ ਦੇ, ਨੱਥਾ ਸਿੰਘ ਕਹਿੰਦਾ ਮੇਰੇ ਭੁੱਬਾਂ ਨਿਕਲ ਗਈ ਵੀ ਮੈਂ ਤਾਂ ਬੜੇ ਹੰਕਾਰ ਸੀ ਕਿ ਮੈਨੂੰ ਬੜੇ ਮਾਣ ਸਨਮਾਨ ਮਿਲਣਗੇ। ਬਾਬਾ ਜੀ ਦੇ ਵੀ ਚੋਲੇ ਇੰਨੇ ਵਧੀਆ ਨਹੀਂ, ਸੰਗੀਆਂ ਦੇ ਵੀ ਨਹੀਂ, ਤੇ ਮੈਂ ਕੱਪੜਾ ਲੈ ਕੇ ਆਇਆ। ਬਹੁਤ ਮੇਰਾ ਸਦਕਾ ਵੀ ਬੜੀ ਵੱਡੀ ਮੈਂ ਸੇਵਾ ਕੀਤੀ। ਕਹਿੰਦੇ ਪਰ ਬਾਬਾ ਜੀ ਨੇ ਸਾਰਾ ਹੰਕਾਰ ਹਉਮੈ ਜਿਹੜਾ ਨਾ ਕੱਢਦੀ ਤੇ ਮੈਂ ਭੁੱਬਾ ਮਾਰ ਕੇ ਰੋਇਆ। ਰੋ ਕੇ ਕਹਿਣ ਲੱਗਾ ਬਾਬਾ ਜੀ ਸੇਵਾ ਪ੍ਰਵਾਨ ਕਰ। ਤੇ ਕਹਿੰਦੇ ਬਾਬਾ ਜੀ ਨੇ, ਬਾਬਾ ਕੁੰਦਨ ਸਿੰਘ ਜੀ ਨੇ ਫਿਰ ਬੇਨਤੀ ਬਾਬਾ ਜੀ ਕੋਲ ਜਾ ਕੇ ਕੀਤੀ। ਜੀ ਉਹ ਸੰਗੀ ਖੜਾ ਬੇਨਤੀਆਂ ਕਰ ਰਿਹਾ ਵੀ ਮੇਰੀਆਂ ਭੁੱਲਾਂ ਮਾਫ ਕਰੋ, ਸੇਵਾ ਪ੍ਰਵਾਨ ਕਰ ਲੋ। ਬਾਬਾ ਜੀ ਨੇ ਬੁਲਾ ਲਿਆ, ਸੇਵਾ ਪ੍ਰਵਾਨ ਕਰ ਲਈ। ਭਾਵ ਕਿ ਹਉਮੈ ਕੱਢ ਕੇ ਜਿਹੜੀ ਮਨ ਵਿੱਚ ਕਹਿੰਦੇ ਬਹੁਤ ਸੀ ਮੇਰੇ ਕਿ ਮੈਂ ਇੰਨਾ ਵੱਡਾ ਕੰਮ ਕੀਤਾ ਹੈ, ਪਰ ਬਾਬਾ ਜੀ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ। ਉਹ ਸੇਵਕਾਂ ਦੀ ਸੇਵਾ ਪ੍ਰਵਾਨ ਕਰਦੇ ਆ, ਪਰ ਸੇਵਾ ਵਿੱਚ ਹਉਮੈ ਨਾ ਹੋਵੇ, ਮੈਂ ਨਾ ਹੋਵੇ। ਇਸ ਤਰ੍ਹਾਂ ਬਾਬਾ ਜੀ ਨੇ ਕਾਫੀ ਸਮਾਂ ਜਿਹੜਾ ਝੋੜਾਂ ਦੇ ਵਿੱਚ ਲਾਇਆ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਸੇਵਾ 'ਚ ਹੀ ਹਾਜ਼ਰ ਰਹੇ। ਇਹ ਰਿਕਾਰਡ ਸੀ ਕਿ ਬਾਬਾ ਕੁੰਦਨ ਸਿੰਘ ਜੀ ਨੇ ਆਪਣਾ ਘਰ ਛੱਡਿਆ ਹੈ ਨਾ ਪਾਕਿਸਤਾਨ ਤੋਂ, ਤੇ ਮੁੜ ਕੇ ਘਰ ਨਹੀਂ ਗਏ। ਆਖੋ ਸੀ ਬਾਬਾ ਜੀ ਦੇ ਚਰਨਾਂ ਵਿੱਚ ਹੀ ਰਹੇ। ਬਾਬਾ ਆਨੰਦ ਸਿੰਘ ਜੀ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕੋਲ, ਫਿਰ ਜਦੋਂ ਬਾਬਾ ਜੀ ਨਾਨਕਸਰ ਆ ਕੇ ਸੇਵਾ ਸ਼ੁਰੂ ਕੀਤੀ ਹੈ, ਫਿਰ ਬਹੁਤ ਸੰਗਤਾਂ ਆ ਗਈਆਂ। ਸਨ 50 ਦੇ ਵਿੱਚ ਹੀ ਬਾਬਾ ਨਰੈਣ ਸਿੰਘ ਜੀ ਇੱਥੇ ਹਾਜ਼ਰ ਹੋਏ। ਬਾਬਾ ਜੀ ਕਹਿੰਦੇ ਮੈਂ ਕੱਪੜੇ ਧੋ ਰਿਹਾ ਸੀ ਸਰੋਵਰ ਤੇ, ਬਾਬਾ ਜੀ ਦੇ ਬਸਤਰ ਤੇ ਹੋਰ ਵਿਛਾਈਆਂ ਧੋਣ ਦੀ ਸੇਵਾ ਬਾਬਾ ਜੀ ਕਰਦੇ ਹੁੰਦੇ ਸੀ ਸਾਰੀਆਂ। ਕਹਿੰਦੇ ਨਿਹੰਗ ਸਿੰਘ ਬਣੇ ਹੋਏ ਸੀ ਬਾਬਾ ਨਰੈਣ ਸਿੰਘ ਜਦੋਂ ਆਏ, ਤੇ ਕਹਿੰਦੇ ਉਦੋਂ ਉਹਨਾਂ ਨੇ ਕਿਹਾ ਵੀ ਮੈਂ ਬਾਬਾ ਜੀ ਦੇ ਕੋਲ ਰਹਿਣਾ। ਕਹਿੰਦੇ ਇਸ ਤਰ੍ਹਾਂ ਬਾਬਾ ਜੀ ਨੇ ਬਚਨ ਸੁਣਾਇਆ ਸੀ। ਤੇ ਬਾਬਾ ਸਾਹਿਬ ਸਿੰਘ ਜੀ ਵੀ ਮਹਾਰਾਜ ਬਾਬਾ ਆਨੰਦ ਸਿੰਘ ਵੇਲੇ ਤੋਂ ਰਹਿੰਦੇ ਸੀ।
सेवा दे विच थोड़ा जिहा समा पासे रहे, फिर आ गए बाबा जी दे कोल इत्थे नानकसर। हजूरी सेवा उन्होंने संभाली। बाबा कुंदन सिंह जी महाराज फिर गुरु साहब दीयां सेवा ड्यूटियां, बाबा जी बाहर दुनिया दे विच संगतां दे विच विचरण लगे ते कीर्तन प्रचार कर लगे। ते बाबा जी फिर बाबा कुंदन सिंह जी महाराज इत्थे सेवा विच रहिंदे सी। सारियां गुरु साहब दीयां जिन्नियां सेवा बाबा जी नूं फिर इत्थे सन 50 दे विच बाबा जी ने सेवा दे विच लाता। बाबा साधू सिंह जी नूं ते बाबा कुंदन सिंह जी नूं गुरु साहब की सेवा दे विच वो फिर नाल जाया करते सी। बाबा जी इत्थे रहा करते सी। ये बाबा कुंदन सिंह जी महाराज ने बाबा जी कहते पहलों उठ के रोज का जिहड़े बाबा जी ने आप सुनाया, हासे वाली गल सुनाउंदे सी ते विच रमज मार जाते सी। गल हासे की उन्होंने सुनानी सी भी मेरा कीर्तन च मैं सौ जाना तो मेरा मूँह टड्डिया जाना तो फला किसी बंदे बेअंगम का नाम लेंदे उन्हें मेरे मूँह च पतासा पा देना। सुनाई किवें उन्होंने, कहते मैं झाड़ू मारदा सी पहलों थाट च सारे झाड़ू मार के कहते फिर गुरु इशनान करके गुरु साहब की सेवा करनी नाल बाबा जी दे जां जिवें बाबा जी का हुक्म हुंदा सी। सेवा तो बाद फिर कीर्तन च बह जाना। उस्ताद जी बाबा केर सिंह जी नाल वाजे ते कहते मैनू नींदर आ जानी, मेरा मूँह टड्डिया जाना तो मेरे मूँह च पतासा पा देना। पर वड्डी गल ये सी कि उठ के झाड़ू की सेवा करनी सारी। झाड़ू की सेवा करके मिस्त्रियों का इत्थों सुना रहे सी, मिस्त्री जिहड़े उस समय काम करते सी, उन्होंने सुनाया बचन। कहते बाबा जी जो आ सेवा चलती सी, बाबा जी तो बाहर दीवान लाउंदे सी ना, ते कोई ना कोई लेंटर पैंदा सी। उस समय कईयां नाल बजरी रेता रलाई जाती सी, कईयां दे नाल बजरी रेता रलाई जाती सी ते फिर लेंटर पाया जाता सी। ते कोई लेंटर किदे कोई किदे पैंदे सी, छोटे छोटे बीम भरने पिलर भरने। कहते फिर बाबा जी कहते असी वो कहते असी बाबा जी का नाम लैके असी इन्हों कहना, इन्होंने कहना भी तुसी बजरी रेता सारा कुछ मिल छड्डियो ते मैं गुरु साहब की सेवा करके आवांगा, सारी ला देंगा। कहते फिर कई तो इन्ना जोर लाउंदे सी ना बाबा जी, सारी बजरी रेता सीमेंट मिक्स करके फिर चका चका के सेवादारां नूं पिलर भर के घंटे डेढ़ घंटे में फिर अपनी सेवा ते चले जाना। 24 घंटे कहते ने 24 घंटे ही हाजिर रहना सेवा च। ये बड़ी सेवा है कि हर समय हाजिर ही रहना सेवा च, गैर हाजिर नहीं। एक सेवा की तो दूजी ते तैयार है सेवा, दूजी तो तीजी सेवा तैयार है। बाबा जी कहते मन किवें नहीं बस आउंदा, मन आ जाएगा इनू साईं दे नाम थले दब दे, ये बस आ जाएगा। इन्हें इवें ही रहना, पर इनू मन नू बस दब दिओ, नाम दे थले बोझ पा दिओ कि इन्ना माला तो बाद आख पाठ करना है, आ सेवा करनी है, भोग लवाना है, लंगर बनाना है, कीर्तन करना है, गुरु साहब की सेवा करनी। कहते मन वस आ जाए। गुरसिखां की जिहड़ी घालना कमाई भाई गुरदास जी ने बयान की है ना, वो ये नहीं की कि सिख जंगलों च चले गए, सिखा ने समाधियां लाइया, सिखा ने आने पुठे किए, घर बार छड्डिया या नदियां ते जा बैठे, ऐसी कोई व्याख्या नहीं की। जिहड़ी कीती है कि सिखा ने बालन ढोए, सिखा ने चुल्हियां च अग बाली, सिखा ने कमाइयां जड़ियां कीतियां, इट्टां बना बना के सरोवर की सेवा की, गुरसिखा ने पानी ढोए। इहो जी गुरसिखां दी सेवा सी। ते कहंदे ये सेवा कोई छोटियां नहीं, इंद्रपुरी लख राज नीर भरावड़ी,
ਕਹਿੰਦੇ ਨੇ ਜਿਹੜਾ ਪਾਣੀ ਢੋਣ ਵਾਲਾ ਨਾ ਇੱਥੋਂ ਦੀ ਸੇਵਾ ਕਰਨ ਵਾਲਾ ਪਾਣੀ ਦੀ, ਕਹਿੰਦੇ ਪਾਣੀ ਭਰਨ ਵਾਲੇ ਦੀ ਰੀਸ ਇੰਦਰਪੁਰੀ ਦੇ ਲੱਖ ਰਾਜ ਨਹੀਂ ਕਰ ਸਕਦੀ। ਲੱਖ ਰਾਜ ਇੰਦਰਪੁਰੀ ਦੇ ਆਪਣੇ ਇੰਦਰਪੁਰੀ ਲਖ ਰਾਜ ਨੀਰ ਪਰਾਵਣੀ। ਪਾਣੀ ਢੋ ਗੁਰੂ ਨਾਨਕ ਦੇ ਘਰ, ਗੁਰੂ ਨਾਨਕ ਦੀਆਂ ਸੰਗਤਾਂ ਦਾ ਬਰਸੀ ਆਉਂਦੀ ਸੀ ਨਾ, ਆ ਸਾਰਿਆਂ ਨੂੰ ਪਤਾ ਹੀ। ਬਾਬਾ ਜੀ ਨੇ ਪੱਖਾ ਚੱਕ ਲੈਣਾ, 2-2 ਘੰਟੇ ਪੱਖਾ ਨਹੀਂ ਛੱਡਦੇ ਸੀ ਬਰਸੀ 'ਚ। ਬਾਬਾ ਨੰਦ ਸਿੰਘ ਦੀ ਬਰਸੀ ਤੇ ਅਸੀਂ ਛੋਟੇ ਛੋਟੇ ਸੀ ਤੇ ਪੱਖਾ ਸਾਰੇ ਚੱਲੀ ਜਾਣਾ। ਜਨਰੇਟਰ ਮੇਰੇ ਵੇਖਦਿਆਂ ਲੱਗਿਆ ਇੱਥੇ, ਪਹਿਲਾਂ ਜਨਰੇਟਰ ਨਹੀਂ ਸੀ, ਪਰ ਜਦੋਂ ਗਰਮੀ ਦੇ ਵਿੱਚ ਬਿਜਲੀ ਚਲੀ ਜਾਂਦੀ ਸੀ ਤੇ ਉਸ ਸਮੇਂ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੱਖਾ ਬੰਦ ਨਹੀਂ ਹੁੰਦਾ ਸੀ। ਬਾਬਾ ਜੀ ਨੂੰ 4-4 ਘੰਟੇ ਬਿਜਲੀ ਨਹੀਂ ਆਈ, 3-3 ਘੰਟੇ ਬਿਜਲੀ ਬੰਦ ਰਹੀ। ਇੱਕ ਵਾਰੀ ਬਹੁਤ ਸਮਾਂ ਬਿਜਲੀ ਬੰਦ ਰਹੀ, ਕੋਈ ਇਨਵਰਟਰ ਨਹੀਂ, ਕੋਈ ਜਨਰੇਟਰ ਨਹੀਂ। ਜਨਰੇਟਰ ਮੇਰੇ ਵੇਖਦਿਆਂ ਲੱਗਿਆ। ਉਸ ਸਮੇਂ ਫਿਰ ਬਾਬਾ ਜੀ ਫਿਰ ਹੁਣ ਹੋਰ ਬਾਬਾ ਜੀ ਨੇ ਡਿਊਟੀਆਂ ਕਰਨੀਆਂ। ਫਿਰ ਬਾਬਾ ਸੇਵਾ ਸਿੰਘ ਹੈਗੇ ਸੀ ਇੱਥੇ, ਵੱਡੇ ਸੇਵਾ ਸਿੰਘ, ਉਹ ਪੱਖਾ ਫੜ ਲੈਂਦੇ ਸੀ। ਬਾਬਾ ਜੀ ਗੁਰੂ ਸਾਹਿਬ ਦੇ ਆਰਾਮ ਦੇ ਵਿੱਚ ਪੱਖਾ ਬੰਦ ਨਹੀਂ ਹੋਣ ਦਿੰਦੇ ਸੀ, ਝੱਲਣ ਵਾਲਾ ਪੱਖਾ। ਗੁਰੂ ਸਾਹਿਬ ਦੇ ਕਈ ਘੰਟੇ ਸਾਡੇ ਕੀਰਤਨ ਕਰਦਿਆਂ ਬਿਜਲੀ ਬੰਦ ਹੋਣੀ ਤੇ ਬਾਬਾ ਜੀ ਨੇ ਉੱਥੋਂ ਭੱਜਣਾ। ਅਸੀਂ ਕੀਰਤਨ ਸ਼ਾਮ ਨੂੰ ਡਿਊਟੀਆਂ ਦੇਣੀਆਂ ਤੇ ਬਿਜਲੀ ਚਲੀ ਗਈ ਨਾ, ਤੇ ਬਾਬਾ ਕੁੰਦਨ ਸਿੰਘ ਜੀ ਬਾਗ ਚੋਂ ਭੱਜ ਪੈਂਦੇ ਸੀ। ਕਾਹਦੇ ਵਾਸਤੇ? ਗੁਰੂ ਸਾਹਿਬ ਨੂੰ ਪੱਖਾ ਚੱਲਣ ਵਾਸਤੇ। ਆਖੋ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪ੍ਰਤੱਖ ਦੇਖਿਆ ਏ, ਪਾਣੀ ਢੋਏ ਪੱਖੇ ਫੇਰੇ, ਇਸ ਕਰਕੇ ਬਾਬਾ ਕੁੰਦਨ ਸਿੰਘ ਜੀ ਪੂਜੇ ਗਏ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ, ਪੱਖਾ ਫੇਰਾ ਪਾਣੀ ਢੋਵਾਂ। ਪੱਖਾ ਫੇਰਾ ਤੇ ਪਾਣੀ ਢੋਵਾ, ਗੁਰੂ ਜੀ ਤੇਰੀਆਂ ਸੰਗਤਾਂ ਦਾ। ਪੱਖਾ ਫੇਰਾ ਤੇ ਪਾਣੀ ਢੋਵਾ, ਗੁਰੂ ਜੀ ਤੇਰੀਆਂ ਸੰਗਤਾਂ ਦਾ। ਪੱਖਾ ਫੇਰਾ ਤੇ ਪਾਣੀ ਢੋਵਾ, ਗੁਰੂ ਜੀ ਤੇਰੀਆਂ ਸੰਗਤਾਂ ਦਾ। ਪੱਖਾ ਫੇਰਾ ਤੇ ਪਾਣੀ ਢੋਵਾ, ਗੁਰੂ ਜੀ ਤੇਰੀਆਂ ਸੰਗਤਾਂ ਦਾ। ਪੱਖਾ ਫੇਰਾ ਤੇ ਪਾਣੀ ਢੋਵਾ, ਤੇ ਪਾਣੀ ਢੋਵਾ, ਗੁਰੂ ਜੀ ਤੇਰੀਆਂ ਸੰਗਤਾਂ। ਪੱਖਾ ਫੇਰਾ ਤੇ ਪਾਣੀ ਢੋਵਾ, ਗੁਰੂ ਜੀ ਤੇਰੀਆਂ ਸੰਗਤਾਂ ਦਾ। ਪੱਖਾ ਫੇਰਾ ਤੇ ਪਾਣੀ ਢੋਵਾ, ਗੁਰੂ ਜੀ ਤੇਰੀਆਂ ਸੰਗਤਾਂ ਦਾ। ਪੱਖਾ ਫੇਰਾ ਤੇ ਪਾਣੀ ਢੋਵਾ, ਗੁਰੂ ਜੀ ਤੇਰੀਆਂ ਸੰਗਤਾਂ ਦਾ। ਗੁਰੂ ਜੀ ਤੇਰੀਆਂ ਸੰਗਤਾਂ ਦਾ, ਗੁਰੂ ਜੀ ਤੇਰੀਆਂ ਸੰਗਤਾਂ ਦਾ।
ਲੱਖ ਰਾਜ। ਇੱਕ ਰਾਜ ਨਹੀਂ, ਇੱਕ ਰਾਜ ਹੀ ਬੜੀ ਕਮਾਈ ਨਾਲ ਮਿਲਦਾ, ਬੜੀ ਸਾਧਨਾ ਨਾਲ, ਬੜੀ ਭਗਤੀ ਨਾਲ, ਸਮਾਧੀਆਂ ਲਾ ਲਾ ਕੇ ਇੰਦਰ ਰਾਜੇ ਦੀ ਪਦਵੀ ਮਿਲਦੀ। ਪਰ ਕਹਿੰਦੇ ਇੰਦਰਪੁਰੀ ਦਾ ਲੱਖ ਰਾਜ ਇਹ ਗੁਰੂ ਨਾਨਕ ਦੇ ਘਰ ਦਾ ਪਾਣੀ ਭਰਨ ਵਾਲਾ, ਪਾਣੀ ਭਰਨ ਵਾਲਾ ਜਿਹੜਾ ਹੈ ਉਹ ਲੱਖ ਰਾਜ, ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਇੰਦਰਪੁਰੀ ਦੇ ਲੱਖ ਰਾਜ ਤੇ ਗੁਰੂ ਘਰ ਦਾ ਪਾਣੀ ਢੋਣ ਵਾਲਾ। ਅੱਗੇ ਲੱਖ ਸੁਰਗ ਸਿਰ ਤਾਜ ਗਲਾ ਪਿਹਾਵਣੀ। ਇਹ ਗੱਲਾਂ ਕਹਿੰਦੇ ਨੇ ਕਣਕ ਨੂੰ ਪੀਸਣ ਨੂੰ, ਪੀਸਣ ਵਾਲਾ, ਗੱਲਾਂ ਪੀਣ ਵਾਲਾ ਜਿਹੜਾ ਚੱਕੀ ਚਲਾ ਕੇ, ਕਹਿੰਦੇ ਇੰਦਰ ਲੱਖ ਸੁਰਗ ਸਰਤਾਜ, ਲੱਖਾਂ ਸੁਰਗਾਂ ਦੇ ਸਰਤਾਜ। ਕਹਿੰਦੇ ਜਿਹੜਾ ਗੁਰੂ ਘਰ ਦਾ ਚੱਕੀ ਚਲਾਉਣ ਵਾਲਾ ਹੈ, ਆਟਾ ਪੀਸਣ ਵਾਲਾ ਹੈ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਪ੍ਰਸ਼ਾਦੇ ਬਣਾ ਬਣਾ ਕੇ ਛਕਾਏ ਆ ਆਪਣੇ ਹੱਥੀ। ਚੋੜਾਂ 'ਚ ਵੀ ਕਹਿੰਦੇ, ਉੱਥੇ ਦੇਹਰਾਦੂਨ ਵੀ, ਜਿੰਨੀ ਦੇਰ ਬਾਲਣ ਢੋ ਕੇ ਸਿੱਧਾ ਲਿਆ ਕੇ ਲੰਗਰ ਬਣਾ ਕੇ ਗੁਰੂ ਸਾਹਿਬ ਨੂੰ ਭੋਗ ਲਾਉਣਾ ਤੇ ਬਾਬਾ ਜੀ ਨੇ ਵੀ ਛਕਣਾ। ਪਰ ਸਾਧ ਸੰਗਤ ਜੀ, ਅੱਜ ਤੱਕ ਭਾਈ ਲਾਲੋ ਮੰਨਿਆ ਜਾਂਦਾ ਹੈ ਕਿ ਉਹਨੇ ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ। ਅੱਜ ਤੱਕ ਭੀਲਣੀ ਮੰਨੀ ਜਾਂਦੀ, ਉਹਨੇ ਰਾਮ ਜੀ ਨੂੰ ਬੇਰ ਖਵਾਏ। ਅੱਜ ਤੱਕ ਬਿਦਰ ਮੰਨਿਆ ਜਾਂਦਾ, ਉਹਨੇ ਇੱਕ ਰਾਤ ਭਗਵਾਨ ਕ੍ਰਿਸ਼ਨ ਜੀ ਨੂੰ ਜਲ ਪਾਣੀ ਪ੍ਰਸ਼ਾਦ ਜਿੰਨੀ ਵੀ ਸੇਵਾ ਕੀਤੀ, ਜਿਹੋ ਜੀ ਰੁੱਖੀ ਮਿੱਸੀ, ਅੱਜ ਤੱਕ ਉਹ ਮੰਨੇ ਜਾਂਦੇ। ਉਹ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਇੱਕ ਡੰਗ ਨਹੀਂ, ਇੱਕ ਦਿਨ ਨਹੀਂ, ਸਾਲਾਂ ਦੇ ਸਾਲ ਮੁਰਸ਼ਿਦ ਨੂੰ ਪ੍ਰਸ਼ਾਦਾ ਛਕਾਇਆ। ਆਖੋ ਸੀ ਕੀ ਇੱਥੇ ਇਹਦੇ ਸੁਰਗਾਂ ਦੇ ਸਰਤਾਜ ਕੀ ਕਰਨਗੇ? ਇਸ ਸੇਵਾ ਦਾ ਮੁਕਾਬਲਾ ਲੱਖਾਂ ਸੁਰਗਾਂ ਦੇ ਸਰਤਾਜ ਨਹੀਂ ਕਰ ਸਕਦੇ, ਜਿਹੜੇ ਆਪਣੇ ਮੁਰਸ਼ਿਦ ਨੂੰ। ਬਾਬਾ ਈਸ਼ਰ ਸਿੰਘ ਜੀ ਕੌਣ ਸੀ? ਰੱਬ ਹੀ ਸੀ, ਨਿਰੰਕਾਰ ਸੀ। ਬਾਬਾ ਜੀ ਕਹਿੰਦੇ ਜਦੋਂ ਮੈਂ ਆਇਆ ਇੱਥੇ ਬਾਬਾ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ ਤੇ ਸਭ ਤੋਂ ਪਹਿਲੀ ਡਿਊਟੀ ਮੇਰੀ ਲੱਗੀ ਪਾਣੀ ਦੇ ਘੜੇ ਲਿਆਉਣ ਦੀ। ਜਿੱਥੇ ਵੀ ਜਾਂਦੇ ਸੀ ਬਾਬਾ ਨਾਨਕ ਸਿੰਘ, ਪਾਣੀ ਦੀ ਬੜੀ ਜ਼ਰੂਰਤ ਹੁੰਦੀ ਸੀ ਤੇ ਜਿੰਨਾ ਪਾਣੀ ਢੋਣਾ ਘੜਿਆਂ 'ਚ ਉਹ ਬਾਬਾ ਜੀ ਢੋਇਆ ਕਰਦੇ ਸੀ। ਇੱਕ ਵਾਰੀ ਬਾਬਾ ਮਾਹਰ ਨਾਮ ਸਿੰਘ ਜੀ ਦਾ ਸੇਵਕ ਨੀਲਾ ਉਹ ਪਾਣੀ ਢੋਂਦਾ ਹੁੰਦਾ ਸੀ ਤੇ ਸਾਰੇ ਮਹਾਂਪੁਰਸ਼ ਦਾਤਾਂ ਲੈ ਗਏ। ਬਾਬਾ ਨਾਨਕ ਸਿੰਘ ਜੀ ਸੋਭਾ ਵੇਖੀ ਵੀ ਇੰਨੇ ਸੰਗੀ ਬਾਬਾ ਜੀ ਨਾਲ ਆਏ ਨੇ, ਇੰਨੀ ਸੰਗਤ ਇਹਨਾਂ ਨਾਲ। ਇਹ ਮੇਰੇ ਤੋਂ ਬਾਅਦ ਆਏ ਬਾਬਾ ਜੀ ਕੋਲ ਤੇ ਪਹਿਲੋਂ ਇੰਨੀਆਂ ਦਾਤਾਂ ਲੈ ਗਏ। ਨੀਲਾ ਸਿਆ ਤੂੰ ਤਾਂ ਪਾਣੀ ਢੋਂਦਾ ਹੀ ਰਹੇ। ਕਹਿੰਦੇ ਨੀਲਾ ਸਿੰਘ ਤੋਂ ਪਾਣੀ ਨੇ ਚੱਕਿਆ ਜਾਏ। ਆਮ ਬਲਦ ਦੇ ਨਾਲ ਪਾਣੀ ਦਾ ਬੋਕਾ ਹੁੰਦਾ, ਬੋਕਾ ਖੂਹ ਚੋਂ ਪਾਣੀ ਕੱਢਦੇ ਸੀ ਉਸ ਸਮੇਂ। ਬਲਦ ਲੱਗਦਾ ਸੀ ਇੱਕ ਪਾਸੇ ਤੇ ਉਹ ਬੋਕਾ ਜਿਹਾ ਪਾਣੀ ਦੇ ਵਿੱਚ ਸਿੱਟਿਆ ਜਾਂਦਾ ਸੀ ਰੱਸੇ ਨਾਲ ਤੇ ਬਲਦ ਨੂੰ ਪਿੱਛੇ ਲਿਆ ਜਾਂਦਾ, ਉਹ ਬੋਕਾ ਸਿੱਟਿਆ ਜਾਂਦਾ ਸੀ, ਫਿਰ ਬਲਦ ਲਿਆ ਕੇ ਲਾਇਆ ਜਾਂਦਾ ਸੀ, ਉਹ ਫਿਰ ਖਿੱਚਦਾ ਸੀ ਬੋਕੇ ਨੂੰ। ਤੇ ਨੀਲਾ ਸਿੰਘ ਕਹਿੰਦਾ ਸੀ ਬਲਦ ਦੀ ਲੋੜ ਨਹੀਂ, ਮੈਂ ਆਪ ਹੀ ਲੱਗਾਂਗਾ। ਆਪਦਾ ਘਰ ਦਾ ਘਿਓ ਮੰਗਾ ਕੇ ਖਾਂਦਾ ਸੀ, ਬੜੀ ਮਿਹਨਤ ਕਰਦਾ ਸੀ, ਪਾਣੀ ਖੂਹ ਚੋਂ ਬੋਕਿਆਂ ਦੇ ਬੋਕੇ ਕੱਢਦਾ ਸੀ, ਪਾਣੀ ਢੋਂਦਾ ਸੀ। ਕਹਿੰਦੇ ਇੰਨੀ ਗੱਲ ਤੇ ਕਮਜ਼ੋਰ ਹੋ ਗਿਆ, ਮਨ ਘੜਾ ਨਾ ਚੱਕਿਆ ਜਾਏ ਪਾਣੀ ਦਾ। ਬੜਾ ਹੌਲੀ ਹੌਲੀ ਤੁਰਦਾ ਆਉਂਦਾ। ਬਾਬਾ ਜੀ ਨੇ ਵੇਖਿਆ ਵੀ ਇਹਦੇ ਮਨ 'ਚ ਕਮਜ਼ੋਰੀ ਆ ਗਈ ਕਿ ਮੈਂ ਇੰਨੇ ਘੜੇ ਪਾਣੀ ਦੇ ਢੋਏ ਤੇ ਮੈਨੂੰ ਤਾਂ ਕੁਝ ਮਿਲਿਆ ਨਹੀਂ। ਬਾਬਾ ਜੀ ਆਵਾਜ਼ ਮਾਰ ਕੇ ਕਹਿੰਦੇ ਨੀਲਾ ਸਿਆ, ਤੇਰਾ ਇੱਕ ਇੱਕ ਘੜਾ ਪਾਣੀ ਦਾ ਸਾਡੇ ਕੋਲ ਲਿਖਿਆ ਪਿਆ ਏ। ਇਹ ਨਾ ਸੋਚ ਕੇ ਮੈਂ ਪਾਣੀ ਢੋਂਦਿਆਂ ਹੀ ਮੇਰੀ ਉਮਰਾਂ ਲੰਘ ਗਈ।
ਕਹਿੰਦੇ ਤੇਰੇ ਇੱਕ ਇੱਕ ਘੜਾ ਸਾਡੇ ਕੋਲ ਲਿਖਿਆ ਪਾਣੀ ਦਾ, ਜਦੋਂ ਮਰਜ਼ੀ ਲੈ ਲਈ। ਬਾਬਾ ਜੀ, ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦਾਸ ਦੀ ਸੇਵਾ ਲਾਉਂਦੇ ਸੀ ਇੱਧਰ ਉੱਧਰ, ਤੇ ਇੱਥੇ ਕੋਈ ਸਮਾਨ ਸਮੂਨ ਆਉਂਦਾ ਸੀ ਨਾ, ਤੇ ਸੰਤ ਗੁਰਮੇਲ ਸਿੰਘ ਨਕੋਦਰ ਵਾਲਿਆਂ ਨੂੰ ਫੋਨ ਕਰ ਦਿੰਦੇ ਸੀ ਵੀ ਟੈਲ ਆ ਗਈ ਏ, ਫਲਾਣੀ ਚੀਜ਼ ਆ ਗਈ ਏ। ਉਹ ਫਿਰ ਟਰੱਕ ਲਿਆ ਕੇ ਲੈ ਜਾਂਦੇ ਸੀ ਬਾਬਾ ਜੀ। ਇੱਕ ਵਾਰੀ ਟੈਲ ਦੀ ਗੱਡੀ ਆਈ, ਬਾਬਾ ਜੀ ਕਹਿੰਦੇ ਤੈਨੂੰ ਦੇਣੀ, ਮੰਦਰਾਂ ਉੱਥੇ ਲਾ ਲਈ ਸਾਰੀ ਠਾਕ ਤੇ ਮੈਨੂੰ ਕਹਿੰਦੇ ਉਧਰ ਵਿੱਚੋਂ ਨਕੋਦਰ ਵਾਲਿਆਂ ਨੂੰ ਫੋਨ ਕਰਤਾ, ਉਹ ਟੈਲ ਲੈ ਕੇ ਚੱਕ ਕੇ ਜਾਂ ਹੋਰ ਕਿਸੇ ਥਾਂ ਤੇ ਚਲੀ ਗਈ। ਬਾਬਾ ਜੀ ਕੋਲ ਮੈਂ ਆ ਕੇ, ਮੈਂ ਪਹਿਲਾ ਚਾਂਸ ਸੀ ਜਿੱਦਣ ਮੈਂ ਬਾਬਾ ਜੀ ਨਾਲ ਥੋੜਾ ਜਿਹਾ ਝਗੜਾ ਕਰਨ ਵਾਸਤੇ ਤਿਆਰ ਹੋਇਆ। ਬਾਬਾ ਜੀ ਨੇ, ਮੈਂ ਕਿਹਾ ਜੀ ਟੈਲ ਮੈਨੂੰ ਕਹੀ ਤੁਸੀਂ ਚੁਕਾ ਉਧਰ ਦਿੱਤੀ, ਸਾਰਾ ਸਮਾਨ ਇੱਧਰ ਉੱਧਰ, ਮੈਨੂੰ ਕੋਈ ਸਮਾਨ ਤੁਸੀਂ ਦਿੰਦੇ ਨਹੀਂ। ਬਾਬਾ ਜੀ ਨਾਲ ਮੇਰਾ ਥੋੜਾ ਬੋਲ ਚਾਲ ਜਿਹਾ ਹੋਇਆ, ਤੇ ਬਾਬਾ ਜੀ ਕੀ ਕਹਿਣ ਲੱਗੇ, ਕਹਿੰਦੇ ਅਸੀਂ ਕਿਸੇ ਦਾ ਕੋਈ ਨਹੀਂ ਰੱਖਣਾ, ਜਿੰਨੇ ਜਿੰਨੀ ਸੇਵਾ ਕੀਤੀ ਅਸੀਂ ਉਹਨੂੰ ਦੇ ਦੇਣਾ। ਮੈਨੂੰ ਬੜਾ ਪਛਤਾਵਾ ਆਇਆ ਕਿ ਇਹ ਤਾਂ ਮੈਂ ਬੜੀ ਗਲਤੀ ਕਰਦੀ, ਮੈਨੂੰ ਬੋਲਣਾ ਨਹੀਂ ਚਾਹੀਦਾ ਸੀ। ਬਾਬਾ ਜੀ ਦੇ ਕੋਲ ਕੋਈ ਭੇਜਣ, ਕੋਈ ਚੀਜ਼ ਦੇਣ ਨਾ ਦੇਣ, ਕਿ ਮੈਂ ਹੁਣ ਬਾਬਾ ਜੀ ਤੋਂ ਵੰਡਾ ਕੇ ਹੁਣ ਪਾਸੇ ਜਾ ਕੇ ਵੱਖਰਾ ਹੋ ਕੇ ਬਹਿ ਜਾ, ਕਿ ਸੇਵਾ ਕੀਤੀ ਦਾ ਫਲ ਲੈ ਕੇ। ਬਾਬਾ ਜੀ ਕਹਿੰਦੇ ਨੀਲਾ ਸਿਆ ਤੈਨੂੰ ਅਸੀਂ ਨਾਲ ਰੱਖਿਆ ਏ, ਅੱਗੇ ਵੀ ਨਾਲ ਰੱਖਣਾ ਏ, ਜੇ ਲੈਣਾ ਹੀ ਤੇ ਘੜਿਆਂ ਦਾ ਫਲ ਲੈ ਜਾ, ਸਾਡੇ ਕੋਲ ਤੇਰਾ ਇੱਕ ਇੱਕ ਘੜਾ ਲਿਖਿਆ ਪਿਆ, ਇੱਕ ਇੱਕ ਘੜਾ ਤੇਰਾ ਸੇਵਾ ਦਾ ਸਾਡੇ ਕੋਲ ਲਿਖਿਆ ਪਿਆ ਹੈ। ਇਹ ਸੇਵਾ ਕੀਤੀ ਹੋਈ ਜਿਹੜੀ ਹੈ, ਇਹ ਮਾਲਕ ਦੇ ਦਰ ਤੇ, ਹਾਂਜੀ ਅੱਗੇ ਰਿੱਧ ਸਿੱਧ, ਰਿੱਧ ਸਿੱਧ ਨਿਦ ਲਖ ਸਾਜ, ਚੁਲੇ ਝੁਕਾਵਣੀ। ਰਿੱਧੀਆਂ ਸਿੱਧੀਆਂ ਪਿੱਛੇ ਮਰ ਜਾਂਦੇ ਤਪਸਵੀ, ਸਾਧਨਾ ਕਰਦੇ ਕਰਦੇ, ਸਿੱਧੀਆਂ ਕਰਦੇ ਕਰਦੇ, ਕਿ ਮੇਰੇ ਕੋਲ ਰਿੱਧੀਆਂ ਸਿੱਧੀਆਂ ਆ ਜਾਣ, ਮੇਰੇ ਕੋਲ ਰੌਣਕਾਂ ਲੱਗ ਜਾਣ, ਜਿਹਨੂੰ ਵਰ ਦਿਆਂ ਵਰ ਸਾਬਤ ਹੋਣ, ਜਿਹਨੂੰ ਸ਼ਰਾਬ ਦਿਆਂ ਸ਼ਰਾਬ ਸਾਬਤ ਹੋਣ, ਰਿੱਧੀਆਂ ਸਿੱਧੀਆਂ ਵਰਸਣ, ਦੁਨੀਆ ਮੇਰੇ ਮਗਰ ਲੱਗ ਗਈ। ਕਹਿੰਦੇ ਰਿੱਧੀ ਸਿੱਧੀ ਇੱਕ ਨਹੀਂ, ਰਿੱਧੀ ਸਿੱਧੀ ਤੇ ਨਿੱਧੀ 9 ਨਿੱਧੀਆਂ, ਇੱਕ ਨਹੀਂ ਆਉਂਦੀਆਂ ਜੀ। ਰਿੱਧੀਆਂ ਸਿੱਧੀਆਂ 18, ਨਵ ਨਿਧੀ 18 ਸਿੱਧੀ, ਹਾਂ 18 ਸਿੱਧੀ, ਪਿੱਛੇ ਲੱਗੀਆਂ ਫਿਰ ਹੈ 6 ਰਿੱਧੀਆਂ ਹੁੰਦੀਆਂ, 6 ਰਿੱਧੀਆਂ ਹੁੰਦੀਆਂ ਮੇਰੇ ਖਿਆਲ, 18 ਸਿੱਧੀਆਂ ਤੇ 9 ਨਿੱਧੀਆਂ। ਇਹ ਕਹਿੰਦੇ ਨੇ ਲੱਖਾਂ ਹੀ ਇਹੋ ਜਿਹੀਆਂ ਰਿੱਧੀਆਂ ਸਿੱਧੀਆਂ ਨਿੱਧੀਆਂ ਜਿਹੜੀਆਂ ਨੇ, ਲੱਖਾਂ ਹੀ ਚੁੱਲ੍ਹੇ 'ਚ ਅੱਗ ਡਾਉਣ ਵਾਲੇ ਦਾ ਮੁਕਾਬਲਾ ਨਹੀਂ ਕਰ ਸਕਦੀ। ਆਖੋ ਸੀ ਜਿਹੜਾ ਚੁੱਲ੍ਹੇ 'ਚ ਅੱਗ ਬਾਲਦਾ ਹੈ। ਗੁਰੂ ਘਰ ਗੁਰੂ ਨਾਨਕ ਦੀਆਂ ਸੰਗਤਾਂ ਦੀ ਸੇਵਾ ਮਹਾਨ ਹੈ। ਇਹ ਸੇਵਾ ਹੀ ਸਾਡੇ ਅੰਦਰ ਨਿਮਰਤਾ ਲਿਆਉਂਦੀ ਹੈ। ਜਿਹੜੀਆਂ ਬੀਬੀਆਂ ਘਰ ਵਿੱਚ ਰੋਟੀ ਪਾਣੀ ਨਹੀਂ ਪਕਾਉਂਦੀਆਂ, ਕੱਪੜੇ ਕੁਪੜੇ ਨਹੀਂ ਧੋਂਦੀਆਂ, ਉਹ ਕਰੰਟ ਪੂਰਾ ਮਾਰਦੀਆਂ, ਲੜਾਈ ਨੂੰ ਤਗੜੀਆਂ ਹੁੰਦੀਆਂ। ਜਿਹੜੀਆਂ ਭਾਂਡੇ ਮਾਂਜਣ, ਕੱਪੜੇ ਧੋਣ, ਸਾਰਾ ਘਰ ਦਾ ਕੰਮ ਕਰਨ, ਉਹ ਦਾਸੀਆਂ ਬਣ ਕੇ ਰਹਿੰਦੀਆਂ, ਉਹਨਾਂ 'ਚ ਲੜਾਈ ਝਗੜਾ ਨਹੀਂ ਹੁੰਦਾ, ਉਹਨਾਂ ਦੇ ਹਉਮੈ ਹੰਕਾਰ ਮਰ ਜਾਂਦੇ ਆ। ਸਾਡਾ ਘਰ ਵੀ ਗੁਰਸਿੱਖ ਪਰਿਵਾਰਾਂ ਦਾ ਹੈ। ਅਸੀਂ ਸੇਵਾ ਕਰਾਂਗੇ, ਘਰ ਵਿੱਚ ਝਾੜੂ ਪੋਚੇ ਲਾਵਾਂਗੇ, ਸਾਰੇ ਕੰਮ ਕਰਾਂਗੇ, ਸਾਡਾ ਮਨ ਗਰੀਬੀ 'ਚ ਆਏਗਾ, ਨਿਮਰਤਾ 'ਚ ਆਏਗਾ। ਕਮੀ ਰਹਿੰਦੀ ਹੈ ਜਦੋਂ ਅਸੀਂ ਘਰ ਵਿੱਚ ਸੇਵਾ ਨਹੀਂ ਕਰਦੇ। ਇਹ ਬਾਬਾ ਜੀ ਦਾ ਘਰ ਹੈ। ਇਥੇ ਮਹਾਂਪੁਰਸ਼ਾਂ ਨੇ ਵੀ ਸੇਵਾ ਕੀਤੀ। ਬਾਬਾ ਜੀ ਤਾਂ ਮੈਂ ਕੋਈ ਚੀਜ਼ ਮੰਗੀ ਤੇ ਬਾਬਾ ਜੀ ਨੇ ਕੰਬਲ ਸੀ, ਪਤਾ ਨਹੀਂ ਲੋਈ, ਬਾਬਾ ਜੀ ਨੇ ਮੈਨੂੰ ਦਿੱਤੀ ਨਾ। 2-4 ਦਿਨ ਮੈਂ ਮੰਗਦਾ ਰਿਹਾ। ਬਾਬਾ ਜੀ ਮੈਨੂੰ ਕਹਿੰਦੇ ਵੀ ਜਾ, ਬਾਬਾ ਜੀ ਕੋਲ ਦੁੱਧ ਆਪਦੇ ਕੋਲ ਰੱਖ ਦਿੰਦੇ ਸੀ,
खंड पत्ती की छौड़ होंदी सी ते खंड पत्ती फिर आप दे के कहंदे जा दुध च पा देनी, दुध च पानी पाया हुंदा सी, पतला कीता हुंदा सी, विचे खंड पत्ती जा तू उत्थे चाह बना के लाया, फलाने संगी आए, बाबा जी मैंने कहते जा चाह बना लिया लंगर चो, ते तेजी साहब बगरेड़िया सी वो आए सी, बाबा जी कहते जा चाह बना के लिया, मैं कहा जी मैं तो पोथी पढ़नी, मैनू गुस्सा सी भी मैनू इन्होंने दिता क्यों नहीं, ते बाबा जी ने दुध चकिया खंड पत्ती विच पाई ते आप जाके लंगर च बनाउण लग पई, ते लंगर जो चाह बना के चाचा महिंदर सिंह हुंदा सी लांगरी, वो आया कहता बाबा जी तुसीं आप चाह बनाउण आ गए, कहंदे असीं उहनूं सुखी नूं कहा सी भी चाह बना लिया, वो कहता मैं संध्या पढ़नी है, फिर असीं आप बनाउण आ गए, आप बनाउण वास्ते आ गए, बाबा जी लंगर च आप ही आ जांदे सी उस समय, कई बारी दाल दूल घट होंदी सी, बाबा जी फिर उनकी अद्धी बाल्टी दाल की ते बाल्टी पानी की ते लूण मिर्च पा के जो सानू प्रशादा वरताउणा सारिਆਂ ਨੂੰ बिठा लेना ते असीं मखौल करना भी चुब्भी लाओ दाना लभ के लियाओ विचों, बड़े मस्ताने जे पहरे ते बाबा जी आप सेवा करया करदे सी, चाह भी साडे वास्ते बाबा जी बनवा के कैनी भर के आपदे कोल रख लेनी, गुरु साहब की जो सेवा करके आनी, संत गुरमेल सुनी, बाबा गुरचरण सुनी, सारे असीं छोटे छोटे सी, सानू फिर उठाउणा जाओ नहाओ जाके, ते फिर असीं उठ के इशनान कर आउणा ते बाबा जी ने फिर सानू चाह पियाउणी। आप बाबा जी कहंदे ने लखां सुरग सरताज नहीं रीस कर सकते, लखां रिद्धियां सिद्धियां नौ निधियां, हुण बाबा जी दे कोल तां नव निधि ठारे सिद्धि पिछे लगियां फिर, बाबा कुंदन सिंह तां पिछे पिछे दुनिया फिरदी, चुल चकावणी अगे साध गरीब नवाज गरीबी आवणी, जेड़े गरीबां नूं नवाजदे आ उन्हां कोल ही गरीबी आउंदी, उन्हां दे कोल ही गरीबी आउंदी, जेड़े गरीबां उपर जो खिंजे दाड़ी पार ब्रह्म सा अगन में साड़ी, ठीक है गरीब अज सड़कों पर बैठे आ ते हिंदुस्तान का प्राइम मिनिस्टर दाड़ी वधाई बैठा भी मैं, गुरु साहब ने पहलों ही कहा है कि इहो जिहियां दाड़ियां जिहड़ियां ना गरीबां नूं सता के, जे तू दाड़ी कोई वधाई बैठा है ना, ये दाड़ी दा हाल कोई चंगा नहीं होए, गरीबां उपर जो खिंचे दाड़ी पार ब्रह्म सा अगन में साड़ी, साध गरीब नवाज गरीबी आमनी, गरीब नवाज क्यों ने, बाबा कुंदन सिंह जी महाराज गरीब नवाज क्यों ने, गरीबां नूं वडियाई दी जांदे आ, गरीबां आप छुप के रहिंदे आ, आप नीवे होके रहिंदे आ, अगे अनहद शब्द आगाज बाणी गावणी बाणी गावणी, कहंदे उधर रिद्धियां सिद्धियां, उधर सुरगां दे सरताज, उधर इंद्रपुरी दे लख राज, इधर कहंदे अनहद शब्द आगाज, कहंदे जेड़ा गुरसिख बाणी गाउंदा है ना, कहंदे भी फलाने संतां दे अनहद दी धुनी सुनदी है, फलाने महापुरखा ने बहुत अभ्यास कराए संतां ने, इत्थों तक उन्हां प्राप्तियां कीतियां, कई कहंदे असीं अनहद शब्द की प्राप्ति करनी है, कहंदे गुरसिखां ने तां जदों शब्द पढ़दे आ ना उदों अनहद शब्द आगाज, उदों अनहद शब्द ही वजदे आ, जदों गुरसिख बैठ के बाणी गाउंदे आ, आओ सारे आपां गावो सच्ची बाणी, आओ सिखो प्यार।
ਗਾਵੋ ਸੱਚੀ ਬਾਣੀ ਆਵੋ ਸਿੱਖੋ ਪਿਆਰਿਓ 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 ਉਹਨਾਂ ਨੇ ਕੋਈ ਨਹੀਂ ਕਿਹਾ ਸਮਾਧੀਆਂ ਲਾਓ ਤੇ ਪਚਾਓ ਸੁਰਤਾ ਅਣਹਦ ਸ਼ਬਦ ਤੇ ਸੁਣੋ। ਕੋਈ ਕੰਨਾਂ 'ਚ ਉਂਗਲਾ ਦੇ ਕੇ ਅਣਹਦ ਸ਼ਬਦ ਸੁਣਦਾ ਹੈ, ਕੋਈ ਅੱਖਾਂ ਬੰਦ ਕਰਕੇ ਸੁਣਦਾ ਹੈ, ਕੋਈ ਸਮਾਧੀਆਂ ਲਾ ਕੇ ਸੁਣਦਾ ਹੈ। ਕਹਿੰਦੇ ਤੂੰ ਇੱਥੇ ਜਦੋਂ ਬਾਣੀ ਗਾਏਗਾ ਨਾ ਇਹ ਬਾਣੀ ਦੇ ਅਣਹਦ ਸ਼ਬਦ ਹੀ ਵੱਜਣਗੇ। ਤੈਨੂੰ ਤਾਂ ਇੰਨੀਆਂ ਮਿਹਨਤਾਂ ਕਰਕੇ ਇੰਨੇ ਅਭਿਆਸ ਕਰਕੇ ਅਣਹਦ ਸ਼ਬਦ ਤੇ ਪਹੁੰਚਣ ਦੀ ਲੋੜ ਨਹੀਂ। ਤੂੰ ਜਦੋਂ ਸੰਗਤ ਵਿੱਚ ਬੈਠਾ ਬਾਣੀ ਗਾਏਗਾ ਉਦੋਂ ਅਣਹਦ ਸ਼ਬਦ ਹੀ ਵੱਜਣਗੇ। ਪੜੋ ਸਿੱਖੋ ਪਿਆਰਿਓ ਸਿੱਖੋ ਪਿਆਰਿਓ ਸਿੱਖੋ ਪਿਆਰਿਓ ਸਿੱਖੋ ਪਿਆਰਿਓ ਸਿੱਖੋ ਪਿਆਰਿਓ ਸਿੱਖੋ ਪਿਆਰਿਓ ਪਿਆਰਿਓ ਸਿੱਖੋ ਪਿਆਰਿਓ ਗਾਵੋ ਸੱਚੀ ਬਾਣੀ ਆਵੋ 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 ਸਿੱਖੋ ਪਿਆਰਿਓ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁਖ ਪੀ ਤੁਝੇ ਤੇ ਆਈ ਜੇ ਭੁਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਰਾਈ ਸਿੱਖੋ ਪਿਆਰਿਓ 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 ਗਾਵੋ ਸੱਚੀ ਬਾਣੀ ਆਵੋ ਸਿੱਖੋ ਗਾਵੋ ਸੱਚੀ ਬਾਣੀ ਆਵੋ ਸਿੱਖੋ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਸਿੱਖੋ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਸਿੱਖੋ ਪਿਆਰਿਓ ਗੁਰਬਾਣੀ ਦਾ ਸੁਰਮਾ ਪਾਵੇਂ ਮਨ ਅੱਖਾਂ ਵਿੱਚ ਗੋਇਆ ਸੁਰਮੇ ਹੋਰ ਦੀ ਲੋੜ ਨਾ ਕੋਈ ਗੁਰੂ ਦਰਸ ਪਿਆਰੇ। ਪਿਛਲੇ ਪੈਰ ਵਿੱਚ ਆ ਕੇ ਐਸੀ ਗਾਵੀ ਬਾਣੀ ਸੁਣ ਸੁਣ ਕੇ ਦਰਿਆ ਖਲੋਤੇ ਪੱਥਰ ਹੋ ਗਏ ਪਾਣੀ। ਇਹ ਗੁਰਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਝੋਲੀ ਵਿੱਚ ਪਾਈ ਹੈ। ਗੁਰਸਿੱਖ ਜਦੋਂ ਬਾਣੀ ਪੜ੍ਹਦੇ ਆ ਤੇ ਅਣਹੱਦ ਸ਼ਬਦ ਵੱਜਦੇ, ਅਣਹੱਦ ਸ਼ਬਦ ਵੱਜਦੇ ਨੇ ਬਾਣੀ ਦੇ। ਬਾਬਾ ਜੀ ਨੇ ਬਾਜੀ ਸੁਣਾ ਰਹੇ ਸੀ ਕਿ ਬਾਬਾ ਜੀ ਦੀ ਗਰੀਬੀ। ਇੱਥੇ ਇਹਨਾਂ ਨੇ ਕਿਹਾ ਸਾਧ ਗਰੀਬ ਨੂੰ ਵੀ ਸਾਧ ਦੇ ਕੋਲ ਗਰੀਬੀ ਆਈ ਕਿਉਂ, ਇੰਨੀ ਗਰੀਬੀ ਕਿਉਂ ਰਿਦੇ ਦੀ ਆਈ। ਕਹਿੰਦੇ ਨੇ ਉਹ ਗਰੀਬ ਨਵਾਜ ਨਿਮਰਤਾ ਵਿੱਚ ਰਹਿਣ ਕਰਕੇ ਸੇਵਾ ਕਰ ਕਰਕੇ ਨੀਵੀਆਂ ਸੇਵਾ ਕਰ ਕਰਕੇ ਨਿਮਾਣੇ ਹੋ ਕੇ ਸੇਵਾ ਕਰ ਕਰਕੇ ਉਹਨਾਂ ਦੇ ਕੋਲ ਗਰੀਬੀ ਆਈ। ਗਰੀਬ ਨਵਾਜ ਗਰੀਬੀ ਆਉਣੀ ਬਾਬਾ ਜੀ ਦੀਆਂ ਬਹੁਤ ਹੀ ਵੱਡੀਆਂ ਸੇਵਾ ਸੀ। ਗੁਰੂ ਸਾਹਿਬ ਦੇ ਜਦੋਂ ਬਸਤਰ ਧੋਂਦੇ ਸੀ ਬਾਬਾ ਜੀ ਤੇ ਅੰਦਰ ਧੋਂਦੇ ਸੀ, ਅੰਦਰ ਆ ਜਿਹੜਾ ਆਸਣ ਬਣਿਆ ਨਾ ਇੱਥੇ ਨਲਕਾ ਲੱਗਿਆ ਸੀ। ਉਦੋਂ ਇੰਨੇ ਪਾਣੀ ਦੇ ਸਾਧਨ ਨਹੀਂ ਸੀ, ਨਲਕੇ ਹੀ ਸੀ। ਨਲਕਾ ਹੀ ਗੇੜ ਕੇ ਇਸ਼ਨਾਨ ਕਰਾਏ ਜਾਂਦੇ ਸਨ। ਨਲਕਾ ਹੀ ਇੱਥੇ ਇਸ ਨਲਕੇ ਤੇ ਬਸਤਰ ਧੋਤੇ ਜਾਂਦੇ ਸੀ। ਤੇ ਬਾਬਾ ਜੀ ਫਿਰ ਸਾਰੇ ਬਸਤਰ ਜਿੰਨੇ ਗੁਰੂ ਸਾਹਿਬ ਦੇ ਮਹੀਨੇ ਬਾਅਦ ਜਾਂ ਜਿੰਨੇ ਚਿਰ ਬਾਅਦ ਵੀ ਧੋਂਦੇ ਸੀ, ਪਹਿਲਾਂ ਸਾਰੇ ਬਸਤਰਾਂ ਨੂੰ
ਅਸੀਂ ਜਲ 'ਚ ਡੁਬੋ ਕੇ ਕਰ ਲੈਂਦੇ ਸੀ ਗੁਰੂ ਸਾਹਿਬ ਦੇ ਸਾਰੇ ਜਿਹੜੇ ਕਮਰ ਕੱਸੇ ਪਲਕਾਂ ਚਿੱਟੇ ਬਸਤਰ ਜਿਹੜੇ ਧੋਤੇ ਜਾਂਦੇ ਆ, ਰੁਮਾਲੇ ਵਗੈਰਾ ਕੀ ਚੀਜ਼ਾਂ ਇਹ ਧੋਤੇ ਨਹੀਂ ਜਾਂਦੇ। ਉਹਨਾਂ ਨੂੰ ਜਲ ਦੇ ਵਿੱਚੋਂ ਕੱਢਦੇ ਸੀ। ਉਹ ਜਲ ਫਿਰ ਬਾਲਟਾ ਵੱਡਾ ਭਰ ਕੇ ਉਹਦੇ ਵਿੱਚ ਮਿੱਠਾ ਪਾ ਕੇ ਫਿਰ ਸਾਰੇ ਬਿੰਗਮਾਂ ਨੂੰ ਛਕਾਉਂਦੇ ਸੀ ਬਾਬਾ ਜੀ। ਉਹ ਗੁਰੂ ਸਾਹਿਬ ਦੇ ਬਸਤਰਾਂ ਵਾਲਾ ਜਲ। ਬਸਤਰ ਫਿਰ ਬਾਬਾ ਜੀ ਨੇ ਆਪ ਇੱਥੇ ਧੋਣੇ। ਕੁਝ ਇੱਕ ਦੋ ਜਿਹੜੇ ਸੇਵਾਦਾਰ ਸੀ, ਸੰਤ ਭਜਨ ਸਿੰਘ ਜੀ, ਸੇਵਾ ਸਿੰਘ ਵੱਡੇ, ਇਹ ਬਾਬਾ ਜੀ ਨਾਲ ਬਸਤਰ ਧੋਣ ਲੱਗਦੇ ਸੀ। ਤੇ ਇੱਕ ਸੇਵਾਦਾਰ ਫਿਰ ਇੱਥੇ ਸੋਟੀ ਲੈ ਕੇ ਖੜਦਾ ਸੀ ਬਸਤਰਾਂ ਕੋਲ। ਗੁਰੂ ਸਾਹਿਬ ਦੇ ਬਸਤਰਾਂ ਦੇ ਉੱਤੋਂ ਕੋਈ ਜਾਨਵਰ ਨਾ ਲੰਘ ਜਾਏ, ਬੇਅਦਬੀ ਨਾ ਹੋ ਜਾਵੇ। ਸਾਰੇ ਗੁਰੂ ਸਾਹਿਬ ਦੇ ਬਸਤਰ ਬਾਬਾ ਜੀ ਨੇ ਖੁਦ ਆਪ ਧੋਣੇ, ਆਪ ਧੁੱਪੇ ਪਾਉਣੇ। ਕਈ ਵਾਰੀ ਸੋਟੀ ਲੈ ਕੇ ਵੀ ਖੜੇ ਹੋਣਾ, ਸੇਵਾਦਾਰ ਨਾਲ ਦੇ ਨੂੰ ਖਿਲਾਰ ਦੇਣਾ, ਆਪ ਭੋਗ ਲਾਉਣ ਵਾਸਤੇ ਜਾਂਦੇ ਸੀ। ਉਸ ਦਿਨ ਬਾਬਾ ਜੀ ਸਾਰਾ ਦਿਨ ਬਾਬਾ ਜੀ ਦਾ ਬਸਤਰਾਂ ਦੀ ਲੰਘਦਾ ਸੀ। ਪਹਿਲੋਂ ਬਸਤਰ ਅੰਮ੍ਰਿਤ ਬਣਾਉਣਾ ਬਸਤਰਾਂ ਦਾ ਸਾਰੇ ਲਾ ਕੇ, ਫਿਰ ਉਹ ਬਸਤਰ ਧੋਣੇ, ਫਿਰ ਉਹਨਾਂ ਨੂੰ ਸੁਕਾਉਣਾ, ਸੁਕਾਉਣ ਤੋਂ ਬਾਅਦ ਫਿਰ ਪ੍ਰੈਸ ਸਾਰੇ ਬਸਤਰ ਕਰਨੇ। ਉਹ ਦਰਜੀ ਸਿੰਘ ਸੀ ਗੁਰਮੁਖ ਪਿਆਰਾ, ਉਹ ਸਾਰੇ ਬਸਤਰ ਪ੍ਰੈਸ ਕਰਦਾ ਸੀ। ਆਪਦੇ ਬਾਬਾ ਜੀ ਬਸਤਰ ਨਹੀਂ ਪ੍ਰੈਸ ਕਰਦੇ ਸੀ ਬਿਲਕੁਲ। ਗੁਰੂ ਸਾਹਿਬ ਦੇ ਬਸਤਰ ਪ੍ਰੈਸ ਕਰਕੇ ਪਾਉਣੇ ਆ, ਆਪਣੇ ਬਸਤਰ ਨਹੀਂ ਪ੍ਰੈਸ ਕਰਕੇ ਪਾਉਣੇ। ਸਾਰੇ ਗੁਰੂ ਸਾਹਿਬ ਦੇ ਬਸਤਰ ਪ੍ਰੈਸ ਕਰਨੇ। ਉਹ ਫਿਰ ਜਿਵੇਂ ਜਿਵੇਂ ਗੁਰੂ ਸਾਹਿਬ ਦੇ ਕਮਰ ਕੱਸੇ ਚੋਲੀਆਂ ਬਦਲਣੀਆਂ। ਗੁਰੂ ਸਾਹਿਬ ਦੀ ਨੂੰ ਸਿਆਲਾਂ ਦੇ ਅੱਜ ਕੱਲ੍ਹ ਆ ਕੇ ਬਾਬਾ ਜੀ ਫਿਰ ਕਈ ਵਾਰੀ ਗੁਰੂ ਸਾਹਿਬ ਉੱਪਰ ਲੈ ਜਾਣੇ। ਇੱਥੇ ਜਗ੍ਹਾ ਬਣੀ ਸੀ, ਉੱਥੇ ਫਿਰ ਚਾਨਣੀ ਲਾ ਕੇ ਫਿਰ ਸਾਰਾ ਦਿਨ ਗੁਰੂ ਸਾਹਿਬ ਨੂੰ ਧੁੱਪੇ ਬਿਠਾਉਣਾ। ਬਾਬਾ ਜੀ ਨੇ ਫਿਰ ਸਾਰੇ ਅੰਗ ਇਸ ਤਰ੍ਹਾਂ ਗੁਰੂ ਸਾਹਿਬ ਦੇ ਅੱਗੇ ਪਿੱਛੇ ਕਰਦੇ ਰਹਿਣੇ। ਉਹ ਗੁਰੂ ਸਾਹਿਬ ਜਿਨ੍ਹਾਂ 'ਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਬਾਬਾ ਨੰਦ ਸਿੰਘ ਜੀ ਨੂੰ ਹੋਏ ਸੀ, ਜਿਨ੍ਹਾਂ ਦੀ ਸੇਵਾ ਬਾਬਾ ਜੀ ਨੂੰ ਮਿਲੀ ਸੀ, ਜਿਹੜੇ ਗੁਰੂ ਸਾਹਿਬ ਵੱਡੇ ਸਤਿਗੁਰਾਂ ਦੀ, ਜਿਹੜੇ ਜਦੋਂ ਇੱਧਰ ਸੱਚਖੰਡ ਆਉਂਦੇ ਆ ਪੂਰਨਮਾਸ਼ੀ ਨੂੰ, ਫਿਰ ਇੱਧਰ ਸਮਾਗਮ ਹੁੰਦੇ ਆ, ਉੱਥੇ ਰਹਿੰਦੇ ਆ ਤੇ ਕੀਰਤਨ ਸਾਰਾ ਉੱਥੇ ਚੱਲਦਾ। ਉਹ ਗੁਰੂ ਸਾਹਿਬ ਦੀ ਵੱਡੀ ਮੁੱਖ ਸੇਵਾ ਮੰਨੀ ਗਈ ਹੈ। ਉਹਨਾਂ ਨੂੰ ਤੇ ਦੂਸਰੇ ਗੁਰੂ ਸਾਹਿਬ ਤੇ ਜਿਨ੍ਹਾਂ ਤੋਂ ਕਥਾ ਕਰਦੇ ਆ, ਜਿਨ੍ਹਾਂ ਤੋਂ ਕਥਾ ਕੀਤੀ ਜਾਂਦੀ, ਉਹਨਾਂ ਨੂੰ ਵੀ ਲਿਆਉਣਾ ਇੱਥੇ। ਤਿੰਨ ਥਾਵਾਂ ਤੇ ਫਿਰ ਬਾਬਾ ਜੀ, ਬਾਬਾ ਸਾਹਿਬ ਸਿੰਘ, ਹੋਰ ਨਾਲ ਸੇਵਾ ਸੰਤ ਭਜਨ ਸਿੰਘ ਜੀ, ਸਾਰੇ ਇਹ ਧੁੱਪ ਲਵਾਇਆ ਕਰਦੇ ਸੀ ਗੁਰੂ ਸਾਹਿਬ ਨੂੰ। ਤੇ ਸਾਨੂੰ ਸਿਰਫ ਜਿਨ੍ਹਾਂ ਬਿਹੰਗਮਾਂ ਨੂੰ ਇੰਨਾ ਕੋਈ ਸਮਾਂ ਹੁੰਦਾ ਸੀ ਵੀ ਤੁਸੀਂ ਫਲਾਣੇ ਟਾਈਮ ਆਣ ਕੇ ਮੱਥਾ ਟੇਕ ਲਿਓ। ਅਸੀਂ ਸੇਵਾਦਾਰਾਂ ਨੇ ਢੀਕ ਰੱਖਣੀ ਕਿ ਜਦੋਂ ਬਾਬਾ ਜੀ ਸਮਾਂ ਦੇਣਗੇ ਉਦੋਂ ਫਿਰ ਬਿਹੰਗਮ ਸਾਰੇ ਬਾਬਾ ਜੀ ਧੁੱਪ ਲਵਾ ਰਹੇ ਨੇ ਗੁਰੂ ਸਾਹਿਬ ਨੂੰ, ਤੇ ਅਸੀਂ ਜਾ ਕੇ ਦਰਸ਼ਨ ਕਰ ਆਵਾਂਗੇ, ਮੱਥਾ ਟੇਕ ਆਵਾਂਗੇ। ਇਹ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਅਸੀਂ ਗੱਲਾਂ ਤਾਂ ਸਾਰਿਆਂ ਨੇ ਕੀਤੀਆਂ, ਪਰ ਦੇ ਜਾਣ ਕੇ ਅਸੀਂ ਪ੍ਰਸ਼ਾਦੇ ਵੀ ਨਾ ਛਕਾਏ, ਦੇ ਜਾਣ ਕੇ ਅਸੀਂ ਬਸਤਰ ਵੀ ਨਾ ਪਵਾਏ, ਨਾ ਲਾਏ ਨਾ ਧੋਤੇ, ਦੇ ਜਾਣ ਕੇ ਅਸੀਂ ਪ੍ਰਕਾਸ਼ ਬਿਰਾਜਮਾਨ ਵੀ ਨਾ ਕੀਤਾ, ਦੇ ਜਾਣ ਕੇ ਅਸੀਂ ਇਹ ਨਾ ਕਿਹਾ ਵੀ ਗਰਮੀ ਲੱਗਣ ਲੱਗ ਪਈ ਪੱਖੇ ਝੱਲੇ ਆਣ ਕੇ। ਬਾਬਾ ਜੀ ਨੇ ਸਾਰਾ ਕੁਝ ਸਰਵਣ ਕੀਤਾ ਹੈ। ਦੇ ਜਾਣ ਕੇ ਪੱਖੇ ਝੱਲੇ, ਦੇ ਜਾਣ ਕੇ ਬਸਤਰ ਧੋਤੇ, ਦੇ ਜਾਣ ਕੇ ਪ੍ਰਸ਼ਾਦਾ ਛਕਾਇਆ ਗੁਰੂ ਸਾਹਿਬ ਨੂੰ। ਪਹਿਲੋਂ ਪ੍ਰਸ਼ਾਦੇ ਤਿਆਰ ਕਰਕੇ ਭੋਗ ਲਵਾ ਕੇ ਫਿਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕੋਲ ਥਾਲ ਪ੍ਰਸ਼ਾਦੇ ਭੋਗ ਵਾਲਾ ਆਉਂਦਾ ਸੀ। ਬਾਬਾ ਜੀ ਫਿਰ ਉਹਦੇ 'ਚ ਪ੍ਰਸ਼ਾਦਾ ਲੈ ਕੇ ਉੱਤੇ ਸਬਜ਼ੀ ਪਾ ਕੇ ਬਾਬਾ ਈਸ਼ਰ ਸਿੰਘ ਜੀ ਛਕਿਆ ਕਰਦੇ ਸੀ। ਗੁਰੂ ਸਾਹਿਬ ਦੇ ਥਾਲ 'ਚੋਂ ਪ੍ਰਸ਼ਾਦਾ ਲੈਣਾ, ਉਹਦੇ ਉੱਤੇ ਪ੍ਰਸ਼ਾਦਿਆਂ ਤੇ ਸਬਜ਼ੀ ਪਾ ਕੇ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਛਕਿਆ ਕਰਦੇ ਸੀ। ਮੁੱਖ ਸੇਵਾ ਗੁਰੂ ਸਾਹਿਬ ਦੀ ਗੱਲਾਂ ਨਾਲ ਨਹੀਂ ਮੰਨਿਆ ਹੈ। ਅੱਜ ਇਹ ਪ੍ਰਤਾਪ ਤਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇ ਮੰਨਿਆ ਏ, ਪੜ੍ਹਿਆ ਨਹੀਂ, ਕਹਿਆ ਨਹੀਂ, ਸੁਣਿਆ ਨਹੀਂ, ਸੁਣਾਇਆ ਨਹੀਂ। ਇਹ ਫਿਰ ਉਹਨਾਂ ਦੀਆਂ ਸੇਵਾ ਦੱਸ ਰਹੀਆਂ ਨੇ, ਜਿਹੜੀਆਂ ਉਹਨਾਂ ਨੇ ਗੁਰੂ ਸਾਹਿਬ ਦੀਆਂ ਸੇਵਾ ਜਿਵੇਂ ਜਿਵੇਂ ਕੀਤੀਆਂ ਉਹ ਦੱਸ ਰਹੀਆਂ ਨੇ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਸਾਰੇ ਪੜ੍ਹਦੇ ਆ, ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੇਂ ਦੇ।
ਕੋਈ ਸ਼ਰਨ ਨਾਮ ਕੀ ਲਿਪਤਾ ਕਿਸ ਤਰ੍ਹਾਂ ਪੜ੍ਹਦੇ ਆ, ਪਰ ਇੱਥੇ ਪੜਿਆ ਜਾਂਦਾ ਜਾਂ ਕਾ ਹਿਰਦਾ ਸ਼ੁੱਧ ਹੈ ਖੋ ਸ਼ਬਦ ਮੇਲੇ। ਇਹ ਵਿਸ਼ੇਸ਼ ਹੈ ਪੰਕਤੀ। ਇੱਥੇ ਇਤਿਹਾਸ ਵਿੱਚ ਵੀ ਇੱਕ ਦੋ ਥਾਵਾਂ ਤੇ ਮੈਂ ਪੜ੍ਹੀ ਹੈਗੀ ਹੈ। ਕਹਿੰਦੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਖੀ ਦੇ ਜਾਂ ਕਾ ਹਿਰਦਾ ਸ਼ੁੱਧ ਹੈ। ਹੁਣ ਹਿਰਦਾ ਸ਼ੁੱਧ ਹੋਏਗਾ ਤੇ ਆਣ ਕੇ ਗੁਰੂ ਸਾਹਿਬ ਨੂੰ ਖੋਜੇਗਾ ਨਾ। ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ में ले। ਅਜੇ ਗੱਲ ਨਹੀਂ ਬਣਨੀ, ਪਹਿਲਾਂ ਭਾਂਡਾ ਧੋਣਾ ਪਏਗਾ, ਭਾਂਡਾ ਸਾਫ਼ ਕਰਨਾ ਪਏਗਾ, ਫਿਰ ਤੈਨੂੰ ਸ਼ਬਦ ਦੀ ਖੋਜ ਚੋਂ ਕੁਝ ਮਿਲ ਸਕੇਗਾ। ਸਭ ਤੋਂ ਪਹਿਲਾਂ ਗੁਰੂ ਸਾਹਿਬ ਕਹਿੰਦੇ ਭਾਂਡਾ ਪਵਿੱਤਰ ਕਰਕੇ ਆ, ਆਪਦਾ ਬਰਤਨ ਧੋ ਕੇ ਸਾਫ਼ ਕਰਕੇ ਆ, ਇੰਦਨ ਸ਼ੁੱਧ ਕਰਕੇ ਆ, ਫਿਰ ਤੂੰ ਜਦੋਂ ਸ਼ਬਦ ਨੂੰ ਖੋਜੇਗਾ ਤੇ ਪ੍ਰਾਪਤ ਕਰ ਲੇਗਾ। ਅੱਜ ਇੱਥੇ ਦਾਸ ਬੈਠਾ ਸੀ, ਮੈਨੂੰ ਯਾਦ ਮੈਂ ਕਿਹਾ ਵੀ ਸਾਡੇ ਤੇ ਵੀ ਮੈਲ ਚੜ ਜਾਂਦੀ, ਸਾਡੇ ਤੇ ਮੈਂ ਕਿਹਾ ਮੈਲ ਚੜ ਜਾਂਦੀ ਏ, ਤੇ ਆ ਬਾਬਾ ਜੀ ਨੇ ਬੜੀ ਵਧੀਆ ਕਿਰਪਾ ਕੀਤੀ ਏ ਇੱਥੇ ਉਤਰਦੀ। ਸਾਧੂਆਂ ਦੀ ਸੰਗਤ ਵਿੱਚ ਬਾਬਾ ਜੀ ਦੇ ਚਰਨਾਂ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਮੈਂ ਕਿਹਾ ਜੋ ਸਾਡੇ ਤੇ ਮੈਲ ਚੜਦੀ ਹੈ ਨਾ, ਫਿਰ ਸੰਗਤਾਂ ਦੇ ਕਿਸੇ ਨੇ ਆਲੀ ਦੇ ਕੱਪੜੇ ਪਾਉਣੇ, ਕਿਸੇ ਦਾ ਭਾਰ ਆ ਗਿਆ, ਪ੍ਰਸ਼ਾਦਾ ਲੈ ਕੇ ਆਇਆ ਉਹਦਾ ਭਾਰ ਆ ਗਿਆ, ਹੋਰ ਕਿਸੇ ਨੇ ਬੇਨਤੀਆਂ ਕੀਤੀਆਂ। ਮੈਂ ਕਿਹਾ ਅਸੀਂ ਤਾਂ ਫਿਰ ਥੋੜਾ ਜਿਹਾ ਹੋ ਜੀ ਕਾਲਾ ਰੰਗ ਹੋ ਜਾਂਦਾ, ਫਿਰ ਸਰੀਰ ਨੂੰ ਦੁੱਖ ਤਕਲੀਫ ਆਉਣ ਲੱਗ ਪੈਂਦੀ, ਕਸ਼ਟ ਆਉਣ ਲੱਗ ਪੈਂਦਾ, ਭਾਰ ਪੈ ਜਾਂਦਾ। ਜਦੋਂ ਸੰਗਤਾਂ ਵੱਲੋਂ ਕੋਈ ਸਤਿਕਾਰ ਮਿਲਦੇ ਆ, ਵਸਤਰ ਪਹਿਨਦੇ ਆ, ਲੰਗਰ ਪਾਣੀ ਪ੍ਰਸ਼ਾਦ ਕਈ ਤਰ੍ਹਾਂ ਦੇ ਛਕਦੇ ਆ, ਸੰਗਤਾਂ ਮਾਣ ਸਨਮਾਨ ਕਰਦੀਆਂ। ਮੈਂ ਕਿਹਾ ਸਾਡੀ ਮੈਲ ਇੱਥੇ ਲੈਂਦੀ ਆਣ ਕੇ ਸੰਗਤ। ਜੋ ਸੰਗਤ ਵਿੱਚ ਆਣ ਕੇ ਬੈਠਦੇ ਆ, ਬਾਬਾ ਜੀ ਦੇ ਘਰ ਕੀਰਤਨ ਤੇ ਡਿਊਟੀਆਂ ਦੇ ਵਿੱਚ ਆਣ ਕੇ ਹਾਜ਼ਰੀ ਭਰਦੇ ਆ, ਫਿਰ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਇੱਥੇ ਮਾਘ ਦੇ ਮਹੀਨੇ ਦੇ ਵਿੱਚ ਬਾਬਾ ਜੀ ਦੀ ਬਰਸੀ ਤੇ ਪੂਰਨਮਾਸ਼ੀ ਤੇ ਜਦੋਂ ਆਣ ਕੇ ਬੈਠਣਾ ਹੈ, ਉਹ ਜੇ ਕੋਈ ਸਾਡੇ ਤੇ ਕੋਈ ਭਾਰਪੂਰ ਹੋਵੇ, ਫਿਰ ਦੂਜੇ ਸੰਪਟ ਲਾ ਦਿੰਦੇ ਸਾਡਾ। ਉਹ ਫਿਰ ਮਨ ਟਿਕਾਣੇ ਤੇ ਕਰਨ ਵਾਸਤੇ ਬਾਬਾ ਜੀ ਦੇ ਕੌਤਕ ਹੁੰਦੇ ਆ ਸਾਰੇ। ਇਸ ਕਰਕੇ ਕੋਈ ਫੂਕ ਫਾਕ ਬਾਬਾ ਜੀ ਰਹਿਣ ਨਹੀਂ ਦਿੰਦੇ ਕਿਸੇ ਦੇ, ਉਹਨਾਂ ਦੀ ਜ਼ਿਆਦਾ ਸ਼ਕਤੀ ਵਰਤ ਰਹੀ, ਜ਼ਿਆਦਾ ਸ਼ਕਤੀ ਵਰਤ ਰਹੀ ਹੈ। ਇੱਥੇ ਸਾਡੀ ਮੈਲ ਉਤਰਦੀ, ਸਾਡੇ ਮਨ ਨੀਵੇਂ ਹੁੰਦੇ ਆ। ਇੱਥੇ ਬੈਠ ਕੇ ਜਿੰਨੀ ਹਾਜ਼ਰੀ ਭਰਾਂਗੇ ਉਨਾ ਹੀ ਫਲ ਮਿਲੇਗਾ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਹੁਣ ਸਮਾਪਤੀ ਕਰਾਂਗੇ ਆਪਾਂ, ਫਿਰ ਅੰਦਰ ਕੁਝ ਅਸ਼ਟਪਦੀਆਂ ਸੁਖਮਨੀ ਸਾਹਿਬ ਦੀਆਂ, ਉਹ ਗੁਰਮੁਖ ਪਿਆਰੇ ਨਾਲ ਕੀਰਤਨ ਸ਼ੁਰੂ ਹੋਏਗਾ 4 ਵਜੇ। ਅੱਜ 4 ਵਜੇ ਕੀਰਤਨ ਸ਼ੁਰੂ ਹੋਣਾ ਹੈ। ਜੇ ਕੋਈ ਗੁਰਮੁਖ ਪਿਆਰੇ ਕਵਿਤਾ ਵਾਲੇ ਹਾਜ਼ਰੀਆਂ ਭਰ ਦਿੰਦੇ ਆ, ਕੋਈ ਹੋਏ ਤੇ ਉਹ ਹਾਜ਼ਰੀ ਭਰ ਲੈਣਗੇ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਤੇ ਸੰਗਤਾਂ ਵੀ ਇਸ਼ਨਾਨ ਪਾਣੀ ਜਿੰਨਾ ਕਰਨਾ, ਜਿੰਨਾ ਆਸਾ ਦੀ ਵਾਰ 'ਚ ਹਿੱਸਾ ਲੈਣਾ, ਆਣ ਕੇ ਆਸਾ ਦੀ ਵਾਰ 4 ਵਜੇ ਸ਼ੁਰੂ ਹੋ ਜਾਣੀ। ਉਦੋਂ ਜਿੰਨੇ ਗੁਰਮੁਖਾਣੇ ਆਣ ਕੇ ਬਹਿਣਾ ਇੱਥੇ, ਉਦੋਂ 7:30 ਭੋਗ ਪਏ, ਉਦੋਂ ਫਿਰ ਸੱਚਖੰਡ ਦੇ ਦਰਸ਼ਨ ਹੋਣਗੇ। ਹੁਣ 4 ਵਜੇ ਕੀਰਤਨ ਸ਼ੁਰੂ ਹੋ ਜਾਣਾ ਹੈ। ਇੱਧਰ ਫਿਰ ਸਾਰੀ ਗੁਰਮੁਖ ਪਿਆਰੇ ਸੰਭਾਲ ਕਰ ਲੈਣਗੇ, ਉੱਧਰ ਕੀਰਤਨ ਸ਼ੁਰੂ ਹੋ ਜਾਏਗਾ। ਇੱਧਰ ਆਪਾਂ ਹੁਣ ਅਰਦਾਸ ਕਰਕੇ ਸਾਰੀ ਸਮਾਪਤੀ ਕਰ ਦਿਆਂਗੇ ਰਹਿਣ ਸਵਾਈ ਦੀ। ਅੰਮ੍ਰਿਤ ਵੇਲੇ ਵਾਲਾ ਉਦੋਂ ਸ਼ੁਰੂ ਹੋ ਜਾਏਗਾ। ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ, ਜਿੰਨੇ ਕਦਮ ਰੱਖੇ ਸਿਰ ਮੱਥੇ ਤੇ, ਜਿਨ੍ਹਾਂ ਰਾਹਾਂ ਤੋਂ ਆਏ, ਉਹਨਾਂ ਰਾਹਾਂ ਦੇ ਸਦਕੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ, ਇਹ ਬਾਬਾ ਜੀ ਦੀ ਯਾਦ ਹੈ, ਬਾਬਾ ਜੀ ਦੀ ਬਰਸੀ ਹੈ, ਇਹ ਸਮਝੋ ਉਹਨਾਂ ਨਾਲ ਹੀ ਆਪਣਾ ਸਮਾਂ ਬੀਤਿਆ ਹੈ। ਉਹਨਾਂ ਦੇ ਚਰਨਾਂ 'ਚ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ
ਕਰੀ ਇਸ਼ਨਾਨ ਮਾਗ ਮਜਨ ਸੰਗ ਸਾਧੂਆਂ ਧੂੜੀ ਕਰੀ ਇਸ਼ਨਾਨ ਪੂਰੀ ਕਰ ਇਸ਼ਨਾਨ ਪੂਰੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਜੀ ਤੂਰੀ ਕਰ ਇਸ਼ਨਾਨ ਤੂਰੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਭਾਗ ਮਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ ਭਾਗ ਮਜਨ ਸੰਗ ਸਾਧੂਆਂ ਜੀ ਧੂਰੀ ਕਰ ਇਸ਼ਨਾਨ ਭਾਗ ਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਭਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਧੂਰੀ ਕਰ ਇਸ਼ਨਾਨ ਧੂਰੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਧੂਰੀ 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 ਕਰ ਇਸ਼ਨਾਨ ਧੂਰੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਧੂਰੀ ਕਰ ਇਸ਼ਨਾਨ ਧੂਰੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਭਾਗ ਮਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ ਭਾਗ ਮਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ ਭਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਭਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਸਰਬ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ